ਸਵਾਗਤ। ਮੈਂ ਹਰਜਿੰਦਰ ਸਿੰਘ ਰੰਧਾਵਾ, ਤੁਸੀਂ ਦੇਖ ਰਹੇ ਹੋ ਪੰਜਾਬ ਟੈਲੀਵਿਜ਼ਨ ਔਰ ਮੇਰੇ ਨਾਲ ਤਿੰਨ ਅਹਿਮ ਹਸਤੀਆਂ ਨੇ। ਮੇਰੇ ਬਿਲਕੁਲ ਨਾਲ ਨੇ ਸਰਦਾਰ ਹਮੀਰ ਸਿੰਘ, ਜਿਹੜੇ ਕਿ ਸੀਨੀਅਰ ਜਰਨਲਿਸਟ ਨੇ ਔਰ ਇਹਨਾਂ ਨੇ ਤਾਉਮਰ ਜਰਨਲਿਜ਼ਮ ਕੀਤੀ ਹੈ, ਸੁਹਿਰਦਤਾ ਨਾਲ ਕੀਤੀ ਹੈ। ਇਹਨਾਂ ਦੇ ਨਾਲ ਪ੍ਰੋਫੈਸਰ ਜਮਸ਼ੀਦ ਅਲੀ ਖਾਨ, ਸਿਆਸੀ ਵਿਸ਼ਲੇਸ਼ਕ ਨੇ, ਸਿਆਸੀ ਮਾਹਿਰ ਨੇ। ਤੀਜੇ ਪ੍ਰੋਫੈਸਰ ਬਲਕਾਰ ਸਿੰਘ, ਡਾਕਟਰ ਬਲਕਾਰ ਸਿੰਘ, ਜਿਹੜੇ ਕਿ ਯੂਨੀਵਰਸਿਟੀ ਤੋਂ ਨੇ, ਡਾਇਰੈਕਟਰ ਵਰਲਡ ਪੰਜਾਬੀ ਸੈਂਟਰ ਦੇ, ਔਰ ਇਹਨਾਂ ਨੇ ਵੀ ਤਾਉਮਰ ਪੋਲੀਟਿਕਸ ਉੱਤੇ ਗੱਲ ਕੀਤੀ ਹੈ। ਮੈਂ ਤਿੰਨਾਂ ਨੂੰ ਜੀ ਆਇਆਂ ਆਖਦਾ। ਔਰ ਸਭ ਤੋਂ ਪਹਿਲਾਂ ਸਰਦਾਰ ਹਮੀਰ ਸਿੰਘ ਜੀ ਤੋਂ ਜਾਣਨਾ ਚਾਹੁੰਦਾ ਹੈ, ਅੱਜ ਪਟਿਆਲੇ ਦੇ ਵਿੱਚ ਕੁਝ ਐਸੀਆਂ ਘਟਨਾਵਾਂ ਵਾਪਰੀਆਂ ਜਿਹੜੀਆਂ ਸੰਗੋਂ ਲਹਿੰਦੀਆਂ ਨਹੀਂ, ਹਜਮ ਨਹੀਂ ਹੁੰਦੀਆਂ। ਪੰਜਾਬੀਅਤ ਔਰ ਖਾਸ ਤੌਰ ਤੇ ਪੰਜਾਬੀ ਮੁਆਸ਼ਰੇ 'ਚ ਇਸ ਤਰ੍ਹਾਂ ਦੀਆਂ ਚੀਜ਼ਾਂ ਲਈ ਬਹੁਤੀ ਥਾਂ ਇਤਿਹਾਸ ਵਿੱਚ ਦਿਸਦੀ ਨਹੀਂ। ਜੇ ਅਸੀਂ 47 ਦੀ ਵੰਡ ਵੇਲਿਆਂ ਨੂੰ ਦੇਖ ਲਈਏ ਜਾਂ ਇੱਕ ਅੱਧ ਵਾਰ ਨੂੰ ਛੱਡ ਕੇ, ਅਮੂਮਨ ਫਿਰਕਿਆਂ ਦੇ ਵਿੱਚ ਕਦੇ ਮਿੱਥ ਕੇ ਲੜਾਈਆਂ ਨਹੀਂ ਹੁੰਦੀਆਂ। ਅੱਜ ਕੁਝ ਸੀਨ ਸੀ ਜਿਨ੍ਹਾਂ ਨੇ ਵਿਚਲਤ ਕੀਤਾ, ਤਕਲੀਫ ਦਿੱਤੀ। ਮੈਂ ਸਰਦਾਰ ਹਮੀਰ ਸਿੰਘ ਜੀ ਤੋਂ ਹੀ ਜਾਣਨਾ ਚਾਹੂੰਗਾ ਸਭ ਤੋਂ ਪਹਿਲਾਂ ਕਿ ਆਖਰ ਇਹ ਕੀ ਹੋਇਆ ਜੀ, ਇਹ ਕਿਉਂ ਹੋਇਆ? ਤੁਹਾਨੂੰ ਕੀ ਲੱਗਦਾ ਬੁਨਿਆਦੀ ਤੌਰ ਤੇ ਆਪਾਂ ਕਿੱਥੇ ਕੋਈ ਖੁਨਾਮੀ ਕਰ ਗਏ? ਮੈਨੂੰ ਇਹ ਲੱਗਦਾ ਜੀ ਕਿ ਓਵਰਆਲ ਜਿਹੜਾ ਕੰਟਰੀ ਦੇ ਵਿੱਚ ਇੱਕ ਐਟਮੋਸਫੀਅਰ ਪੈਦਾ ਹੋ ਰਿਹਾ ਹੈ, ਮਾਹੌਲ ਪੈਦਾ ਹੋ ਰਿਹਾ, ਕਿਉਂਕਿ ਉਹਦਾ ਅਸਰ ਕਿਤੇ ਨਾ ਕਿਤੇ ਜਾਣਾ ਵੀ ਹੁੰਦਾ ਹੈ ਔਰ ਲੱਗ ਰਿਹਾ ਹੈ। ਔਰ ਜਿਹੜੀਆਂ ਪਿਛਲੇ 4 ਸਟੇਟਾਂ ਦੇ ਵਿੱਚ ਹੋਇਆ, ਬਲਡੋਜ਼ਰ ਕਲਚਰ ਚੱਲ ਰਿਹਾ ਹੈ ਤੇ ਇੱਕ ਖਾਸ ਭਾਈਚਾਰਾ ਟਾਰਗੇਟ ਹੋ ਰਿਹਾ ਹੈ, ਵੱਖ-ਵੱਖ ਟਾਈਪ ਦਾ, ਉਹ ਇੱਕ ਮਿਨੋਰਿਟੀ ਦਾ ਐਂਗਲ ਤੇ ਉਹਦਾ ਅਸਰ ਜਿਹੜਾ ਇੱਕ ਜਦੋਂ ਮੈਜੋਰਿਟੀ ਕੋਲ ਪਾਵਰ ਹੋਵੇ ਤਾਂ ਉਹ ਪਾਵਰ ਕਿਸੇ ਹੋਰ ਰੂਪ ਚ ਦਿਖਾਈ ਦਿੰਦੀ ਹੈ, ਕਿਸੇ ਨਾ ਕਿਸੇ ਰੂਪ ਦੇ ਵਿੱਚ। ਹੁਣ ਇੱਕ ਪਾਸੇ ਦਿੱਲੀ ਦੀ ਪੁਲਿਸ ਇਹ ਕਹਿੰਦੀ ਹੈ, ਮਤਲਬ ਜੇ ਪੁਲਿਸ ਕਮਿਸ਼ਨਰ, ਇਹਦੇ ਨਾਲ ਮੈਂ ਜੋੜ ਕੇ ਪਟਿਆਲੇ ਨਾਲ ਗੱਲ ਕਰਦਾ, ਤੇ ਪੁਲਿਸ ਦੀ ਜਾਂਚ ਦੇ ਵਿੱਚ ਸੁਪਰੀਮ ਕੋਰਟ ਗਿਆ ਇਹ ਮਾਮਲਾ ਕਿ ਜਿਹੜੀ ਧਰਮ ਸੰਸਦ ਹਰਿਦੁਆਰ ਹੋਈ ਹੈ, ਉੱਥੇ ਹਿੰਦੂ ਰਾਸ਼ਟਰ ਬਣਾਉਣ ਦਾ ਜੇਕਰ ਗੱਲ ਕੀਤੀ ਗਈ, ਇਹ ਸੰਵਿਧਾਨ ਵਿਰੋਧੀ ਨਹੀਂ ਹੈ। ਇਹ ਮਤਲਬ ਸੰਵਿਧਾਨ ਦੇ ਦਾਇਰੇ ਦੇ ਵਿੱਚ ਹੀ ਹੈ। ਸੰਵਿਧਾਨ ਇਹ ਗੱਲ ਕਰਦਾ, ਕਹਿੰਦੇ ਤੁਹਾਨੂੰ ਇਜਾਜ਼ਤ ਦਿੰਦਾ ਜੀ। ਐਵੇਂ ਫਿਰ ਦੂਜਾ ਬੰਦਾ ਇੱਕ ਚੱਕ ਕੇ ਆਪਣੀ ਸਟੇਟਮੈਂਟ ਦੇ ਦੇਗਾ ਕਿ ਬਲਵੰਤ ਸਿੰਘ ਸ਼ਾਹਪੁਰ ਬਨਾਮ ਸਟੇਟ ਆਫ ਪੰਜਾਬ, ਇੱਕ ਜੱਜਮੈਂਟ ਹੈ ਸੁਪਰੀਮ ਕੋਰਟ ਦੀ, ਉਹਨੇ ਕਿਹਾ ਕਿ ਪੀਸਫੁਲ ਤਰੀਕੇ ਦੇ ਨਾਲ ਲਾਏ ਗਏ ਨਾਰੇ ਜਿਹਦੇ ਚ ਕੋਈ ਹਿੰਸਾ ਨਾ ਹੋਵੇ, ਤਾਂ ਕੋਈ ਵੱਖਰੇ ਰਾਜ ਦੀ ਵੀ ਗੱਲ ਕਰਦਾ, ਉਹ ਵੀ ਭਾਰਤ ਦੇ ਸੰਵਿਧਾਨ ਦੇ ਦਾਇਰੇ ਦੇ ਵਿੱਚ ਹੈ। ਇਹ ਤਾਂ ਸਿਧਾਂਤਕ ਤੇ ਸੰਵਿਧਾਨਕ ਮਤਲਬ ਦੋ ਆਪਸ਼ਨਾਂ ਨੇ ਸਾਡੇ ਕੋਲ, ਪਹਿਲੂ ਨੇ ਜਿਹੜੇ ਸੁਪਰੀਮ ਕੋਰਟ ਦੀ ਵਿਆਖਿਆ ਤੇ ਇੱਕ ਪਾਸੇ ਪੁਲਿਸ ਦੀ ਵਿਆਖਿਆ ਜੀ। ਫਿਰ ਵੀ ਜੇ ਹਿਸਟਰੀ ਜੀ ਦੀ ਜਿਵੇਂ ਤੁਸੀਂ ਗੱਲ ਆਪਾਂ ਪਹਿਲਾਂ ਕਰ ਰਹੇ ਸੀ ਕਿ ਪੰਜਾਬ ਲਗਾਤਾਰ ਫਿਰਕੂ ਰਿਹਾ ਤੇ ਕਦੇ ਨਹੀਂ, 1946 ਤੱਕ ਵੀ ਯੂਨਾਈਟਿਡ ਪੰਜਾਬ ਦੇ ਵਿੱਚ ਨਾ ਮੁਸਲਿਮ ਲੀਗ ਦਾ ਕੋਈ ਦਬਦਬਾ ਸੀ, ਨਾ ਕਿਸੇ ਦਾ। ਇੱਥੇ ਯੂਨੀਅਨਿਸਟ ਪਾਰਟੀ ਸੀ, ਬਲਕਿ ਪੰਜਾਬ ਦੇ ਵਿੱਚ ਮਤਲਬ ਫਿਰਕੂ ਲੀਹਾਂ ਤੇ ਨਹੀਂ ਸੀ ਵੰਡਿਆ ਗਿਆ ਪਹਿਲਾਂ ਵੀ। ਈਵਨ ਇੱਥੋਂ ਤੱਕ ਕਿ ਖਾੜਕੂਵਾਦ ਦਾ ਦੌਰ, ਜਿਹਨੂੰ ਇਹ ਕਿਹਾ ਜਾਂਦਾ ਜੀ ਪੰਜਾਬ ਨੂੰ ਤਾਂ ਅੱਗ ਲੱਗੀ ਹੋਈ ਹੈ, ਪੰਜਾਬ 'ਚ ਤਾਂ ਇਹ ਹੈ, ਉਦੋਂ ਵੀ ਕੋਈ ਰਿਕਾਰਡਡ ਫਿਰਕੂ ਦੰਗਾ, ਭਾਈਚਾਰਿਆਂ ਦੇ ਵਿੱਚ ਦੰਗਾ, ਇੱਕ ਤਾਂ ਉਹ ਹੈ ਨਾ ਟਾਰਗੇਟ ਕਰਕੇ ਕਿਸੇ ਨੇ ਮਾਰਤਾ, ਬੰਦਾ ਗੋਲੀ ਮਾਰਤੀ, ਉਹ ਇੱਕ ਅਲੱਗ ਪਹਿਲੂ ਹੈ। ਪਰ ਦੋਨੋਂ ਭਾਈਚਾਰੇ ਆਪਸ ਚ ਇਸ ਤਰੀਕੇ ਨਾਲ ਲੜੇ ਹੋਣ, ਇਹ ਨਹੀਂ ਹੋਇਆ। ਹਾਲਾਂਕਿ 33,000 ਫਿਰਕੂ ਦੰਗਾ ਰਿਕਾਰਡਡ ਹੈ ਕੰਟਰੀ ਦੇ ਵਿੱਚ 1947 ਤੋਂ ਬਾਅਦ, ਛੋਟਾ ਜਾਂ ਬੜਾ। ਬਾਕੀ ਕਿਤੇ ਤਾਂ ਪੰਜਾਬ ਬਚਿਆ ਹੋਇਆ ਭਾਈਚਾਰਕ ਤੌਰ ਤੇ। ਇਹਦੇ ਤੇ ਜਿਹੜੇ ਵੀ ਸੱਜਣੇ ਕਰਦੇ ਨੇ, ਹੁਣ ਜਿਹੜੀ ਤਾਜ਼ੀ ਘਟਨਾ ਵਾਪਰੀ ਹੈ, ਇਹ ਤਾਜ਼ੀ ਘਟਨਾ ਵਾਪਰੀ ਹੈ ਕਿ ਇੱਕ ਬਿਆਨ ਆਉਂਦਾ ਕਿ ਜੀ 29 ਅਪ੍ਰੈਲ ਖਾਲਿਸਤਾਨ ਦੇ ਐਲਾਨ ਦਾ ਦਿਵਸ ਹੈ ਜੀ, ਉਸ ਦਿਨ ਪਤਾ ਨਹੀਂ ਅਸੀਂ ਇਹ ਕਰਾਂਗੇ। ਔਰ ਦੂਜਾ ਇੱਕ ਗਰੁੱਪ ਉੱਠਦਾ ਹੈ ਤੇ ਉਹ ਇਹ ਕਹਿ ਰਿਹਾ ਕਿ ਜੀ ਅਸੀਂ ਖਾਲਿਸਤਾਨੀ ਵਿਰੋਧੀ ਦਿਵਸ ਮਨਾਵਾਂਗੇ ਇਸੇ ਮਾਮਲੇ ਦੇ ਵਿੱਚ। ਹੁਣ ਮੈਨੂੰ ਇਹ ਲੱਗਦਾ ਕਿ ਜਿਹੜੀਆਂ ਸਾਡੀਆਂ ਸੁਰੱਖਿਆ ਏਜੰਸੀਜ਼ ਨੇ, ਜਿਹੜੀਆਂ ਸਾਡੇ ਇੰਟੈਲੀਜੈਂਸ ਹੈ, ਜਿਹੜੀਆਂ ਸਾਡੀਆਂ ਸਰਕਾਰਾਂ ਨੇ, ਇਹਨਾਂ ਨੂੰ ਸਮਾਂ ਰਹਿੰਦੇ ਵੀ ਇਹਦੇ ਤੇ ਇੱਕ ਵਾਚ ਰੱਖਣਾ ਚਾਹੀਦਾ ਕਿ ਕਿੰਨੇ ਕੁ ਬੰਦੇ ਨੇ, ਉਹਨਾਂ ਨੂੰ ਬੁਲਾਉਣਾ ਚਾਹੀਦਾ, ਬੁਲਾ ਕੇ ਕਿ ਤੁਸੀਂ ਇਹ ਹੋਰ ਲੋਕਾਂ ਦੀਆਂ ਥੋੜੀਆਂ ਸਮੱਸਿਆਵਾਂ ਨੇ, ਲੋਕ ਗਰੀਬੀ ਨਾਲ ਜੂਝ ਰਹੇ ਨੇ, ਆ ਬਿਜਲੀ ਦਾ ਸੰਕਟ, ਸਾਰੇ ਲੋਕ ਹਾਹਾਕਾਰ ਹੈ, ਮਹਿੰਗਾਈ ਨਾਲ ਲੋਕਾਂ ਦਾ ਲੱਕ ਟੁੱਟਿਆ ਪਿਆ, ਬੇਰੁਜ਼ਗਾਰੀ ਬੜੇ ਵੱਡੇ ਪੱਧਰ ਦੇ ਉੱਤੇ ਮੁੱਦੇ ਨੇ, ਹੋਰ ਵੱਖ-ਵੱਖ ਟਾਈਪ ਦੇ। ਤੁਸੀਂ ਕਿਹੜੇ ਮੁੱਦੇ ਨੂੰ ਲਿਆ ਰਹੇ ਹੋ? ਅੱਜ ਜਦ ਤੁਸੀਂ ਬਿਲਕੁਲ ਟਾਈਮ ਤੇ ਆ ਕੇ ਉਸ ਵੇਲੇ ਤੱਕ ਇੱਕ ਹਜੂਮ ਇਕੱਠਾ ਹੋਣ ਦਿੰਦੇ ਹੋ, ਤਾਂ ਮੋੜਵੇਂ ਰੂਪ ਦੇ ਵਿੱਚ, ਚੁਣੌਤੀ ਦੇ ਰੂਪ ਚ ਦੂਜਾ ਹਜੂਮ ਨੇੜੇ ਚਲੇ ਜਾਂਦੇ ਨੇ, ਆਮੋ ਸਾਹਮਣੇ, ਜਿਵੇਂ 2 ਚ ਜੰਗਾਂ ਲੱਗੀਆਂ ਹੁੰਦੀਆਂ ਨੇ, ਵਿੱਚ ਪੁਲਿਸ ਖੜੀ ਹੋਈ ਹੈ, ਤਾਂ ਉਦੋਂ ਉਨਮਾਦ ਪੈਦਾ ਹੁੰਦਾ ਇੱਕ ਟਾਈਪ ਦਾ। ਉਹ ਉਨਮਾਦ ਨੂੰ ਰੋਕਣਾ, ਭੀੜ ਨੂੰ ਰੋਕਣਾ, ਹਜੂਮ ਚ ਬਦਲ ਜਾਂਦਾ। ਉਹ ਬਹੁਤ ਜ਼ਿਆਦਾ ਕੋਈ ਸਿਆਣੇ ਬੰਦਿਆਂ ਦਾ ਖੇਡ ਨਹੀਂ ਰਹਿੰਦਾ ਕਿ 4 ਲੀਡਰਾਂ ਨਾਲ ਗੱਲ ਕਰ ਲਓ ਜਾਂ 2 ਲੀਡਰਾਂ ਨਾਲ ਗੱਲ ਕਰ ਲਓ। ਔਰ ਮੈਨੂੰ ਲੱਗਦਾ ਕਿ ਇਹ ਬਹੁਤ ਥੋੜੇ ਸੱਜਣ ਨੇ, ਕੋਈ ਬਹੁਤ ਜ਼ਿਆਦਾ ਨਹੀਂ ਹੈ। ਈਵਨ ਖਾਲਿਸਤਾਨ ਮੂਵਮੈਂਟ ਦਾ ਵੀ ਇੱਕ ਪਿਛੋਕੜ ਹੈ, ਆਪਣਾ ਇੱਕ ਸਿਸਟਮ ਹੈ। ਪਰ ਜਦੋਂ ਇੱਥੇ ਆਏ ਹਰਭਜਨ ਸਿੰਘ ਬਾਜਵਾ ਨੇ ਇੱਕ ਪੰਜਾਬੀ ਸੂਬੇ ਤੇ ਕਿਤਾਬ ਲਿਖੀ ਹੋਈ ਹੈ, ਉਹ ਕਾਫੀ ਇਨਵੋਲਵ ਰਹੇ ਪੰਜਾਬੀ ਸੂਬੇ ਚ ਦੀ ਮੂਵਮੈਂਟ ਦੇ ਵਿੱਚ ਕਾਫੀ। ਉਹ ਕਹਿੰਦੇ ਜਦੋਂ ਅਸੀਂ
ਸਿੱਖ ਹੋਮਲੈਂਡ ਦੀ ਗੱਲ ਕਰਦੇ ਸੀ ਬਾਰ-ਬਾਰ ਉਦੋਂ ਵੀ, ਜਿਹੜਾ ਕਿਉਂਕਿ ਪਹਿਲਾਂ ਬਹੁਤ ਵਾਅਦੇ ਕੀਤੇ ਸੀ ਘੱਟ ਗਿਣਤੀ ਦੇ ਤੌਰ ਤੇ ਸਾਡੇ ਨਾਲ, ਜਿਹੜਾ 47 ਤੋਂ ਪਹਿਲਾਂ, ਉਸ ਦੇ ਆਧਾਰ ਤੇ ਤਾਂ ਅਸੀਂ ਚੱਲਦੇ ਚੱਲਦੇ ਡਾਕਟਰ ਅੰਬੇਦਕਰ ਕੋਲ ਗਏ। ਡਾਕਟਰ ਅੰਬੇਦਕਰ ਨੇ ਸਾਨੂੰ ਸਲਾਹ ਦਿੱਤੀ ਵੀ ਹੁਣ ਇਸ ਕੰਟਰੀ 'ਚ ਤੁਹਾਡੀ ਕਿਸੇ ਨੇ ਨਹੀਂ ਸੁਣਨੀ, ਧਰਮ ਆਧਾਰਤਾ 2 ਰਾਜਾਂ ਦੇ ਵਿੱਚ ਜੋ ਹੋ ਗਿਆ, 2 ਦੇਸ਼ ਵੰਡੇ ਗਏ ਜਾਂ ਬਾਕੀ ਦਾ, ਹੁਣ ਤੁਸੀਂ ਭਾਸ਼ਾ ਦੇ ਆਧਾਰ ਤੇ ਤਾਂ ਸੂਬਾ ਮੰਗ ਸਕਦੇ ਹੋ, ਕਿਉਂਕਿ ਇੱਕ ਪਾਲਿਸੀ ਬਣ ਗਈ ਹੈ ਕਿ ਭਾਸ਼ਾ ਦੇ ਆਧਾਰ ਤੇ ਸੂਬੇ ਰੀਆਰਗੇਨਾਈਜ਼ ਹੋਣਗੇ। ਉਹਦੇ 'ਚ ਤੁਹਾਡੀ ਪੰਜਾਬੀਅਤ, ਪੰਜਾਬੀ ਬੋਲੀ ਜਾਂ ਬਾਕੀ ਐਜ ਏ ਸਿੱਖ ਵੀ ਤੁਹਾਨੂੰ ਉਹਨਾਂ ਕਿ ਇੱਕ ਇੰਪੋਰਟੈਂਸ ਜਿਹੜੀ ਹੈ ਸੱਤਾ 'ਚ ਮਿਲ। ਕਹਿੰਦੇ ਉਸ ਤੋਂ ਬਾਅਦ ਅਕਾਲੀ ਦਲ ਦੇ ਵਿੱਚ ਇੱਕ ਗੱਲ ਹੋਈ ਤੇ ਸਾਰਾ ਕੁਝ ਉਹ ਭਾਸ਼ਾ ਦੇ ਆਧਾਰ ਤੇ ਸੂਬੇ ਦੇ ਵੱਲ ਚੱਲੇ। ਔਰ ਇਹ ਜਿਹੜਾ ਇੱਕ ਐਂਗਲ ਹੈ ਧਰਮ ਆਧਾਰਿਤ ਸਟੇਟ ਮੰਗਣ ਦਾ, ਕੀ ਅੱਜ ਰੈਲੇਵੈਂਟ ਹੈ ਜਾਂ ਨਹੀਂ? ਜਾਂ ਜਿਹੜਾ ਦੂਜਾ ਬੰਦਾ ਹੈ, 2 ਕਮਿਊਨਿਟੀਜ਼ ਨੇ, ਇੱਕ ਆਪਣੀ ਗੱਲ ਕਰਦੀ ਹੈ, ਦੂਜੇ ਨੇ ਜ਼ਰੂਰ ਉਸੇ ਨੂੰ ਪਿਨ ਪੁਆਇੰਟ ਕਰਕੇ ਜ਼ਰੂਰ ਇਹੋ ਜਿਹਾ ਮੁਜ਼ਾਹਰਾ ਕਰਨਾ ਹੈ, ਜਾਂ ਉਹਨੂੰ ਇਹ ਇਜਾਜ਼ਤ ਦੇਣੀ ਹੈ, ਜਾਂ ਉਹਨੂੰ ਹਵਾ ਦੇਣੀ ਹੈ ਸਾਰੇ ਕੰਮ ਦੇ ਲਈ ਕਿ ਤੂੰ ਉਹਦਾ ਵਿਰੋਧੀ ਬਣ। ਜੇ ਮੰਨ ਲਓ ਸ਼ਿਵ ਸੈਨਾ ਵੀ ਕਰਦੀ ਹੈ, ਉਹ ਜਿਹੜੇ ਬੀਜੇਪੀ ਵੀ ਦੇਸ਼ ਦੇ ਲੈਵਲ ਦੇ ਉੱਤੇ ਕਰਦੀ ਹੈ ਇੱਕ ਟਾਈਪ ਦਾ ਹਿੰਦੂ ਰਾਸ਼ਟਰ ਦਾ ਜਿਹੜਾ ਕਨਸੈਪਟ ਹੈ, ਹੁਣ ਦੂਜਾ ਐਂਟੀ ਹਿੰਦੂ ਰਾਸ਼ਟਰ ਮੁਜ਼ਾਹਰੇ ਨਿਕਲਣੇ ਸ਼ੁਰੂ ਹੋ ਜਾਣ ਤਾਂ ਕਲੈਸ਼ ਹੀ ਹੋਏਗਾ ਨਾ ਉਸ ਲੈਵਲ ਦਾ ਵੀ। ਬਿਲਕੁਲ ਠੀਕ ਹੈ। ਔਰ ਦੂਜੇ ਦੇ ਮੈਦਾਨ 'ਚ ਜਾ ਕੇ ਜਿਹੜਾ ਖੇਡਣ ਦਾ ਲਿਬਰਟੀ ਲੈਣਾ ਹੈ ਆਪਣੇ ਆਪ ਨੂੰ ਉੱਥੇ ਤੱਕ ਧੱਕ ਕੇ, ਇਹ ਕਿਸੇ ਵੱਡੀ ਗੇਮ ਦਾ ਹਿੱਸਾ, ਵੱਡੀ ਸਾਜ਼ਿਸ਼ ਦਾ ਹਿੱਸਾ ਕਿਸੇ ਸਟੇਟ ਦੇ ਖਿਲਾਫ ਵੀ ਹੈ, ਔਰ ਸਾਡੇ ਵਰਗੀ ਸਟੇਟ ਦੇ ਖਿਲਾਫ ਖਾਸ ਤੌਰ ਤੇ ਕਿ ਜਿਹੜੀ ਭਾਈਚਾਰਕ ਸਾਂਝ ਦੇ ਵਿੱਚੋਂ ਇਹ ਸੂਬਾ ਗੁਜ਼ਰਿਆ ਪਿਛਲੇ ਲੰਬੇ ਸਮੇਂ ਤੱਕ, ਕਿਉਂਕਿ ਇਹ ਐਵੇਂ ਨਹੀਂ ਭਾਈਚਾਰਕ ਸਾਂਝ ਬਣਦੀ। ਇੱਥੇ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਸਰਬੱਤ ਦੇ ਭਲੇ ਦਾ, ਇੱਥੇ ਸੂਫੀਆਂ ਤੋਂ ਲੈ ਕੇ ਭਗਤੀ ਮੂਵਮੈਂਟ ਤੋਂ ਲੈ ਕੇ ਇੱਕ ਬਾਉਂਡਿੰਗ ਜਿਹਨੇ ਜਿਹੜੀਆਂ ਉਸ ਕਿਸਮ ਦੀਆਂ ਲੋਕਾਂ ਦੇ ਵਿੱਚ ਕੇਰੀਆਂ ਗਈਆਂ ਨੇ, ਲੋਕਾਂ ਦੇ ਵਿੱਚ ਖੜੀਆਂ ਹੋਈਆਂ ਨੇ। ਇਸੇ ਕਰਕੇ तमाम ਉਹ ਚੀਜ਼ਾਂ ਕਾਮਯਾਬ ਨਹੀਂ ਹੋਈਆਂ ਜਿਹੜੀਆਂ ਕੀਤੀਆਂ ਗਈਆਂ। ਜੇ ਕੀਤੀਆਂ ਜਾਂਦੀਆਂ ਰਹਿਣਗੀਆਂ ਉਹ ਜਦ ਮਰਜੀ ਹਿੱਲ ਵੀ ਸਕਦਾ, ਕਮਜ਼ੋਰ ਤਾਂ ਹੋ ਹੀ ਜਾਂਦੀਆਂ ਨੇ ਬਾਉਂਡਿੰਗ, ਜੈਸੀ ਕੋਈ ਗੱਲ ਨਹੀਂ ਹੈ ਜੇ ਤੁਸੀਂ ਉਹਨੂੰ ਵੱਧਦੇ ਰਹੋਗੇ। ਔਰ ਇਹਦੇ ਚ ਮੈਨੂੰ ਲੱਗਦਾ ਕਿ ਸਰਕਾਰੀ ਧਿਰ ਦੀ ਇਹ ਨਲਾਇਕੀ ਹੈ, ਪੁਲਿਸ ਦੀ, ਸਮਾਂ ਰਹਿੰਦੇ ਉਹ ਬੰਦਿਆਂ ਨੂੰ ਜਾਂ 144 ਲਾਉਂਦੇ ਨਾ ਇਕੱਠੇ ਹੋਣ ਦਿੰਦੇ, ਜਾਂ ਉਹਨਾਂ ਜਿਹੜੇ ਮੇਨ 4 ਬੰਦੇ ਨੇ 4 ਬੰਦਿਆਂ ਨੂੰ ਅਰੈਸਟ ਕਰਕੇ ਬਾਅਦ ਚ ਸ਼ਾਮ ਨੂੰ ਛੱਡ ਦੋ, ਜਦ ਨੂੰ ਨਾਰਮਲੀ ਟੈਕਲ ਕਰਦੀ ਹੈ ਪੁਲਿਸ ਇਹੋ ਜਿਹੀਆਂ ਚੀਜ਼ਾਂ ਨੂੰ, ਬੜੀਆਂ ਵੱਡੀਆਂ ਨੂੰ। ਇਹ ਤਾਂ ਕੋਈ ਐਡੀ ਵੱਡੀ ਗੱਲ ਨਹੀਂ। ਮਤਲਬ ਦੋਵੇਂ ਧਿਰਾਂ ਦੇ ਬੰਦੇ ਅਰੈਸਟ ਕੀਤੇ ਜਾ ਸਕਦੇ ਸੀ, ਬਾਅਦ ਵਿੱਚ ਪੁਲਿਸ ਦਾ ਰੋਲ ਬਹੁਤ ਕ੍ਰੂਸ਼ਲ ਹੋ ਗਿਆ, ਉਹਨਾਂ ਨੂੰ ਸਮਝ ਨਹੀਂ ਸੀ ਆ ਰਹੀ। ਹਾਲਾਂਕਿ ਉੱਥੇ ਨਾਨਕ ਸਿੰਘ ਵਰਗਾ ਐਸਐਸਪੀ ਆ, ਨੌਜਵਾਨ ਹੈ, ਭੱਜ ਨੱਠ ਕਰ ਸਕਦਾ ਹੈ, ਲੇਕਿਨ ਉਹ ਭੱਜ ਨੱਠ ਆਖਰੀ ਸਮੇਂ ਤੇ ਗੈਰ ਪ੍ਰਸੰਗਿਕ ਹੋ ਜਾਂਦੀ ਆ। ਇਹ ਦੋਨੇ ਪ੍ਰੋਫੈਸਰ ਸਾਹਿਬ ਸਾਡੇ ਕੋਲ ਪਟਿਆਲੇ ਤੋਂ ਹੀ ਨੇ। ਮੈਂ ਪ੍ਰੋਫੈਸਰ ਜਮਸ਼ੀਦ ਅਲੀ ਖਾਨ, ਤੁਹਾਨੂੰ ਉਸ ਕਲਚਰ 'ਚ ਵਿਚਰਦਿਆਂ, ਖਾਸ ਤੌਰ ਤੇ ਨਫਾਸਤ ਲਈ ਜਾਣਿਆ ਜਾਂਦਾ ਪਟਿਆਲਾ, ਔਰ ਇਹ ਸ਼ਾਹੀ ਸ਼ਹਿਰ ਆ, ਇਹਦੇ ਵਿੱਚ ਇਸ ਤਰ੍ਹਾਂ ਦੀਆਂ ਚੀਜ਼ਾਂ ਇਹ ਥੋੜੀਆਂ ਜਿਹੀਆਂ ਅਟਪਟੀਆਂ ਲੱਗਦੀਆਂ। ਤੁਸੀਂ ਇਹਨੂੰ ਕਿਵੇਂ ਵਿਗਿਆਨਕ ਨਜ਼ਰੀਏ ਤੋਂ ਦੇਖਿਆ? ਤੁਸੀਂ ਸਾਰੀ ਉਮਰ ਪੋਲਿਟਿਕਸ ਨੂੰ ਡਿਸਕਸ ਕੀਤਾ, ਲਿਖਿਆ, ਪੜ੍ਹਿਆ, ਮੈਨੂੰ ਸਮਝਾਇਓ ਜ਼ਰਾ ਕਿ ਅੱਜ ਦਾ ਸੀਨ ਤੁਹਾਡੇ ਨਜ਼ਰੀਏ ਤੋਂ ਕਿਵੇਂ ਇਹਨੂੰ ਦੇਖੀਏ। ਰੰਧਾਵਾ ਸਾਹਿਬ, ਇਹ ਜਿਹੜੀ ਅੱਜ ਪਟਿਆਲੇ ਘਟਨਾ ਹੋਈ ਹੈ ਬਹੁਤ ਮੰਦਭਾਗੀ ਹੈ। ਦਰਅਸਲ ਜੇ ਕੋਈ ਸੈਕੂਲਰਿਜ਼ਮ ਦੀ ਐਗਜ਼ਾਮਪਲ ਦੇਣੀ ਹੋਵੇ ਜਾਂ ਧਾਰਮਿਕ ਜਿਹੜਾ ਹੈਗਾ ਭਾਈਚਾਰੇ ਦੀ ਐਗਜ਼ਾਮਪਲ ਦੇਣੀ ਹੋਵੇ ਤਾਂ ਪੰਜਾਬ ਤੋਂ ਵਧੀਆ ਐਗਜ਼ਾਮਪਲ ਕਿਤੇ ਨਹੀਂ ਇੰਡੀਆ ਦੇ ਵਿੱਚ। ਇਹ ਜਿਹੜੀ ਅੱਜ ਦੀ ਇਨਸੀਡੈਂਟ ਹੈ ਨਾ, ਵੈਸੇ ਤਾਂ ਇਹਦਾ ਜਿਹੜਾ ਹੈਗਾ ਕਈ ਦਿਨਾਂ ਤੋਂ ਸਿਮਰਿੰਗ ਜਾਂ ਚੱਲ ਰਿਹਾ ਸੀ ਕੰਮ ਕਿ ਇਸ ਤਰ੍ਹਾਂ ਦੀ ਜਿਹੜੀ ਹੈਗੀ ਉਹ ਕੋਈ ਨਾ ਕੋਈ ਮੁੱਠਭੇੜ ਹੋ ਸਕਦੀ ਹੈ। ਕਾਫੀ ਮਤਲਬ ਗਰੁੱਪਾਂ ਦੇ ਵਿੱਚ ਅਸੀਂ ਦੇਖਦੇ ਸੀ ਕਿ ਜਿਸ ਤਰ੍ਹਾਂ ਖਾਲਿਸਤਾਨ ਦਾ ਇਸ਼ੂ ਰੇਜ਼ ਕੀਤਾ ਜਾ ਰਿਹਾ ਹੈ ਜਾਂ ਉਹਦੇ ਖਿਲਾਫ ਚੱਲ ਰਹੀ ਹੈ ਗੱਲ ਸ਼ਿਵ ਸੈਨਾ ਤੇ ਸਿੱਖ ਸੰਗਠਨਾਂ ਦੇ ਵਿੱਚ, ਕਈ ਦਿਨਾਂ ਤੋਂ ਇਹ ਚੱਲ ਰਿਹਾ ਸੀ। ਲੇਕਿਨ ਅੱਜ ਜਿਹੜਾ ਫਲੈਸ਼ ਪੁਆਇੰਟ ਆਇਆ ਹੈ, ਇਹ ਜਿਹੜੀ ਪਟਿਆਲੇ ਅੱਜ ਘਟਨਾ ਵਾਪਰੀ ਹੈ, ਦਰਅਸਲ ਮੈਨੂੰ ਲੱਗਦਾ ਕਿ ਪੰਜਾਬ ਜਿਹੜਾ ਇਹ ਇਸ਼ੂ ਹੈ ਨਾ, ਖਾਲਿਸਤਾਨ ਦੇ ਇਸ਼ੂ ਨੂੰ ਲੈ ਕੇ ਜੋ ਅੱਜ ਡੈਮੋਨਸਟ੍ਰੇਸ਼ਨ ਕੀਤਾ ਗਿਆ ਹੈ ਸ਼ਿਵ ਸੈਨਾ ਦੀ ਤਰਫੋਂ, ਮੈਨੂੰ ਲੱਗਦਾ ਕਿ ਇੱਕ ਬਹੁਤ ਹੀ ਛੋਟਾ ਜਿਹਾ ਸੈਕਸ਼ਨ ਹੈ, ਉਹ ਵੀ ਇੰਡੀਆ ਦੇ ਵਿੱਚ ਤਾਂ ਸ਼ਾਇਦ ਉਹਦੀ ਕੋਈ ਐਗਜ਼ਿਸਟੈਂਸ ਨਹੀਂ, ਬਾਹਰਲੇ ਮੁਲਕਾਂ ਦੇ ਵਿੱਚੋਂ ਜੋ ਆਪਰੇਟ ਕਰਦਾ ਇਸ ਤਰ੍ਹਾਂ ਦੀ ਡਿਮਾਂਡ ਕਰਦਾ ਹੈ। ਖਾਲਿਸਤਾਨ ਦੀ ਡਿਮਾਂਡ ਜਿਹੜੀ ਹੈਗੀ ਪੰਜਾਬ ਦੇ ਲੋਕਾਂ ਦੀ ਬਿਲਕੁਲ ਡਿਮਾਂਡ ਨਹੀਂ ਹੈ, ਆਪਾਂ ਨੂੰ ਮੰਨ ਲੈਣਾ ਚਾਹੀਦਾ ਹੈ। ਚਾਹੇ ਇੱਕ ਪੀਰੀਅਡ ਆਇਆ ਜਦ ਇੱਥੇ ਰੈਡੀਕਲਿਜ਼ਮ ਦਾ ਜ਼ਮਾਨਾ ਸੀ, ਪਰ ਉਹ ਸਾਰੀ ਫਿਲਾਸਫੀ ਨੂੰ, ਸਾਰੀ ਆਈਡੀਓਲੋਜੀ ਨੂੰ ਲੋਕਾਂ ਨੇ ਆਲਰੇਡੀ ਨਿਗੇਟ ਕਰ ਦਿੱਤਾ। ਤਾਂ ਜਿਹੜੀ ਚੀਜ਼ ਇੱਥੇ ਐਗਜ਼ਿਸਟ ਹੀ ਨਹੀਂ ਕਰਦੀ, ਜਿਹਦਾ ਕੋਈ ਵਜੂਦ ਹੀ ਨਹੀਂ ਹੈ, ਉਹਨੂੰ ਮੁੱਦਾ ਲੈ ਕੇ
ਡੈਮੋਨਸਟ੍ਰੇਸ਼ਨ ਕਰਨਾ ਜਾਂ ਅਪੋਜ਼ ਕਰਨ ਦੀ ਗੱਲ ਕਰਨੀ, ਮੈਂ ਸਰਦਾਰ ਹਮੀਰ ਸਿੰਘ ਉਹਨਾਂ ਨਾਲ ਬਿਲਕੁਲ ਐਗਰੀ ਕਰਦਾ। ਜੇ ਥੋੜੇ ਜਿਹੇ ਕੋਈ ਬੰਦੇ 2-4 ਬੰਦੇ ਜਾਂ 100 ਬੰਦੇ ਇਸ ਤਰ੍ਹਾਂ ਦੀ ਗੱਲ ਕਰਦੇ ਹੈਗੇ, ਉਹਨਾਂ ਦੀ ਤਰਫ ਰਿਐਕਟ ਕਰਨ ਦੀ ਜ਼ਿਆਦਾ ਜ਼ਰੂਰਤ ਨਹੀਂ ਹੁੰਦੀ। ਰਿਐਕਟ ਕਰਨ ਨਾਲ ਜਿਹੜੇ ਹੈਗੇ ਮਸਲੇ ਉਹ ਸੋਲਵ ਨਹੀਂ ਹੁੰਦੇ, ਬਲਕਿ ਜਿਹੜੇ ਹੈਗੇ ਇਹਦੇ ਵਿੱਚ ਜ਼ਿਆਦਾ ਜਿਹੜੀ ਪ੍ਰੋਬਲਮ ਕ੍ਰੀਏਟ ਹੁੰਦੀ ਹੈ। ਇਹ ਜਿਹੜਾ ਮਸਲਾ ਬਣਿਆ ਹੋਇਆ ਹੈ, ਤਾਂ ਇਹ ਜਿਹੜਾ ਅੱਜ ਦੀ ਇਨਸੀਡੈਂਟ ਹੈ ਇਹ ਮੰਦਭਾਗੀ ਤਾਂ ਹੈ ਹੀ, ਇਹਨੂੰ ਕ੍ਰਿਟੀਸਾਈਜ਼ ਵੀ ਕੀਤਾ ਜਾਣਾ ਚਾਹੀਦਾ, ਪਰ ਇਹ ਫਜ਼ੂਲ ਦੇ ਤੌਰ ਤੇ ਇਸ਼ੂ ਬਣਾਇਆ ਜਾ ਰਿਹਾ ਹੈ। ਖਾਲਿਸਤਾਨ ਵਾਲੀ ਇੱਥੇ ਕੋਈ ਗੱਲ ਨਹੀਂ, ਆਪਸੀ ਭਾਈਚਾਰਾ ਮੇਨਟੇਨ ਕਰਨਾ ਚਾਹੀਦਾ। ਪਹਿਲਾਂ ਹੀ ਪੰਜਾਬ ਨੇ ਇਸ ਤਰ੍ਹਾਂ ਦੇ ਮਾਹੌਲ ਨੂੰ ਬਹੁਤ ਭੁਗਤਿਆ ਹੈ, ਪੰਜਾਬ ਦਾ ਬੜਾ ਨੁਕਸਾਨ ਹੋਇਆ ਹੈ, ਉਹਦੇ ਵਿੱਚੋਂ ਕੱਢਣ ਪਾਣ ਨੂੰ ਕੁਝ ਨਹੀਂ ਮਿਲਿਆ। ਤਾਂ ਇਸ ਤਰ੍ਹਾਂ ਦੀ ਗੱਲ ਦੇ ਵਿੱਚ ਪੈਣਾ ਨਹੀਂ ਚਾਹੀਦਾ। ਪੰਜਾਬ ਦਾ ਜਿਹੜਾ ਕਲਚਰ ਹੈ ਉਹ ਤਾਂ ਬਹੁਤ ਭਾਈਚਾਰਕ ਸਾਂਝ ਵਾਲਾ ਰਿਹਾ ਹੈ। ਪਟਿਆਲਾ ਇੱਕ ਸ਼ਾਹੀ ਸ਼ਹਿਰ ਹੈ ਜਿੱਥੇ ਲੋਕ ਆਪਸ ਨਾਲ ਮਿਲ ਜੁਲ ਕੇ ਰਹਿ ਰਹੇ ਹਨ। ਇਸ ਤਰ੍ਹਾਂ ਦੇ ਮਾਹੌਲ ਨੂੰ ਖਰਾਬ ਕਰਨ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ। ਇਹ ਜਿਹੜਾ ਹੈਗਾ ਇਹਨੂੰ ਬੜੇ ਸਿਆਣਪ ਨਾਲ ਜਿਹੜੀ ਸੋਲਵ ਕਰਨ ਦੀ ਜ਼ਰੂਰਤ ਹੈ। ਔਰ ਚਲੋ ਅੱਜ ਪੁਲਿਸ ਨੇ ਕਿਸੇ ਨਾ ਕਿਸੇ ਤਰ੍ਹਾਂ ਕੋਈ ਬੜੀ ਵਾਰਦਾਤ ਹੋਣ ਤੋਂ ਤਾਂ ਇਹ ਸਿਚੁਏਸ਼ਨ ਬਚਾ ਲਈ, ਪਰ ਸਿਚੁਏਸ਼ਨ ਹਜੇ ਵੀ ਟੈਂਸ ਹੈ, ਇਹਨੂੰ ਸਿਆਣਪ ਨਾਲ ਕੰਟਰੋਲ ਕਰਨ ਦੀ ਜ਼ਰੂਰਤ ਹੈ। ਖਾਨ ਸਾਹਿਬ ਮੈਂ ਉਹਨਾਂ ਤੁਹਾਡੇ ਵੱਲ ਆਪਾਂ ਸਰਦਾਰ ਬਲਕਾਰ ਸਿੰਘ ਹੋਣਾ ਨੂੰ ਸ਼ਾਮਲ ਕਰ ਲਈਏ, ਇੱਕ ਵਾਰੀ ਬੁਨਿਆਦੀ ਮਸਲੇ ਨੂੰ ਸਮਝ ਲਈਏ, ਫਿਰ ਉਸ ਤੋਂ ਅੱਗੇ ਵੱਧਦੇ ਹਾਂ। ਨੋ ਡਾਊਟ ਅੱਜ ਪੁਲਿਸ ਨੇ ਜਿਵੇਂ ਕਿਵੇਂ ਵੀ ਹੈ ਇਸ ਮਸਲੇ ਨੂੰ ਹੈਂਡਲ ਕੀਤਾ, ਉਹ ਤਾਕਤ ਦੀ ਵਰਤੋਂ ਨਹੀਂ ਸੀ ਕਰ ਸਕਦੇ। ਬਰਗਾੜੀ ਵਰਗੇ ਮਾਮਲੇ ਅਜੇ ਤੱਕ ਅਣਸੁਲਝੇ ਨੇ, ਅਜੇ ਤੱਕ ਵੀ ਬਹੁਤ ਸਾਰੇ ਪੁਲਿਸ ਅਫੀਸ਼ੀਅਲਸ ਵੀ ਕੋਰਟਾਂ ਦੇ ਵਿੱਚ ਹਾਜ਼ਰੀਆਂ ਭਰ ਰਹੇ ਨੇ ਔਰ ਬਹੁਤ ਸਾਰੇ ਸਿੱਖ ਹਿਰਦੇ ਬਲੂੰਦਰੇ ਪਏ ਆ। ਸਰਕਾਰਾਂ ਲਈ ਵੀ ਇਸ ਮੌਕੇ ਤੇ ਬਹੁਤ ਔਖਾ ਹੁੰਦਾ। ਵੈਸੇ ਡਾਕਟਰ ਬਲਕਾਰ ਸਿੰਘ, ਆਪਾਂ ਚਿਤਵਿਆ ਨਹੀਂ ਸੀ ਕਿ ਇੰਜ ਹੋ ਜੂ, ਇੰਜ ਕੋਈ ਵੀ ਨਹੀਂ ਸੀ ਸੋਚ ਰਿਹਾ, ਕਿਉਂਕਿ ਬੜਾ ਸ਼ਾਂਤ, ਬੜਾ ਸਧਾਰਨ ਜਿਹਾ ਮਾਹੌਲ ਹੈ। ਇਹਨਾਂ ਦਿਨਾਂ 'ਚ ਲੋਕ ਵਾਢੀਆਂ ਵੁੱਢੀਆਂ 'ਚ ਰੁੱਝੇ ਆ, ਰੌਲੇ ਬਿਜਲੀ, ਜਿਵੇਂ ਸਰਦਾਰ ਹਮੀਰ ਸਿੰਘ ਹੋਰਾਂ ਕਿਹਾ ਵੀ ਕੱਟਾਂ ਤੋਂ ਦੁਖੀ ਸੀ ਲੋਕ, ਹੋਰ ਬੜੇ ਮਾਮਲਿਆਂ 'ਚ ਫਸੇ ਹੋਏ ਸੀਗੇ। ਲੇਕਿਨ ਇਹ ਵਿੱਚੋਂ ਜਦੋਂ ਨਿਕਲਦਾ ਹੈ ਤਾਂ ਇਹਦੇ ਕੋਈ ਸਾਜ਼ਿਸ਼ ਦੀ ਬੂ ਵੀ ਆ ਜਾਂਦੀ ਹੈ। ਕਿਤੇ ਕਿਤੇ ਜਿਹੜੀਆਂ ਸਥਾਪਤੀਆਂ ਨੇ ਸਰਕਾਰਾਂ, ਜਿਹੜੀਆਂ ਜਿਵੇਂ ਨਵੀਂ ਸਰਕਾਰ ਆਈ ਆ, ਇਹਨੂੰ ਵੀ ਸਥਿਰ ਕਰਨ ਦੀ ਕੋਈ ਥੋੜੀ ਬਹੁਤੀ ਤੁਹਾਨੂੰ ਲੱਗਦਾ ਗੱਲ ਹੋ ਸਕਦੀ ਹੈ? ਬਹੁਤ ਸਾਰੇ ਇਲਜ਼ਾਮ ਆਉਣਗੇ। ਇਹਨੂੰ ਮੋਟੇ ਤੌਰ ਤੇ ਵੇਖਿਆ ਸਿਰਫ ਅਮਨ ਕਾਨੂੰਨ ਦੀ ਸਮੱਸਿਆ ਨਹੀਂ, ਭਾਈਚਾਰਕ ਤ੍ਰੇੜਾਂ ਦੀ ਸਮੱਸਿਆ ਨਹੀਂ, ਕੋਈ ਹੋਰ ਵੀ ਐਂਗਲ ਲੈ ਸਕਦੇ ਦਾ? ਦੇਖੋ ਰੰਧਾਵਾ ਸਾਹਿਬ, ਬਹੁਤ ਹੀ ਮਸਲਾ ਸੈਂਸਿਟਿਵ ਹੈ, ਮੰਦਭਾਗਾ ਹੈ। ਹਮੀਰ ਸਿੰਘ ਹੋਣਾ ਨਾਲ ਤੇ ਖਾਨ ਸਾਹਿਬ ਨਾਲ ਮੈਂ ਸਹਿਮਤ ਹਾਂ ਜਿਹੜੀਆਂ ਉਹਨਾਂ ਨੇ ਗੱਲਾਂ ਕਹੀਆਂ, ਪਰ ਮੈਨੂੰ ਇੱਕ ਐਂਗਲ ਤੋਂ ਪੁੱਟ ਕਰਨਾ ਚਾਹਨਾ। ਮੇਰਾ ਐਕਸਪੀਰੀਅੰਸ ਜਿਹੜਾ ਉਹ ਇਹ ਹੈ ਕਿ ਇਸ ਵੇਲੇ ਪੰਜਾਬ ਦੀ ਪੋਲਿਟਿਕਸ ਨਕੋ ਨਕ ਭਰੀ ਪਈ ਹੈ, ਉਹਦੇ 'ਚ ਵੜਨ ਨੂੰ ਥਾਂ ਹੀ ਨਹੀਂ ਕਿਤੇ। ਸਾਰੇ ਜਿਹੜੇ ਬੈਠੇ ਨੇ ਉਹ ਵੀ ਪਿੱਟ ਰਹੇ ਨੇ, ਉਹ ਆਪਣੇ ਵਿੱਚ ਆਪ ਹੀ ਨਹੀਂ ਵੜ ਪਾ ਰਹੇ। ਮਤਲਬ ਇੰਨੀ ਮਤਲਬ ਜਿਹੜੀ ਨਕੋ ਨਕ ਭਰ ਗਈ ਹੈ, ਉਹਦੇ ਵਿੱਚ ਇੱਕ ਇਮੈਜਿਨਡ ਪੋਲਿਟਿਕਸ ਦਾ ਇੱਕ ਫਿਨੋਮੀਨਾ ਪੈਦਾ ਹੋ ਗਿਆ। ਜਿਹੜਾ ਮਰਜ਼ੀ ਆਪਣੇ ਨੂੰ ਜੋ ਮਰਜ਼ੀ ਸਮਝ ਲੈ, ਕੋਈ ਖਾਲਿਸਤਾਨੀ ਸਮਝ ਲੈ, ਕੋਈ ਹਿੰਦੂ ਸ਼ਿਵ ਸੈਨਾ ਦਾ ਸਮਝ ਲੈ, ਕੋਈ ਹਿੰਦੂਤਵ ਦਾ ਸਮਝ ਲੈ, ਮਤਲਬ ਇਹ ਵੀ ਚੱਲੀ ਜਾਂਦਾ ਵਿੱਚ। ਇਹਦੇ ਵਿੱਚ ਮੈਂ ਕਹਿੰਦਾ ਵੀ ਸਾਡਾ ਕਲਚਰ ਹੈ ਨਾ, ਜਿਹੜਾ ਹਮੀਰ ਸਿੰਘ ਦੇ ਖਾਸ ਤੌਰ ਤੇ ਧਿਆਨ 'ਚ ਲਿਆਉਣਾ ਚਾਹੂੰਗਾ, ਉਹਦੇ ਵਿੱਚ ਸਾਡੇ ਪੰਜਾਬੀ ਕਲਚਰ ਵਿੱਚ ਪੇਂਡੂ ਲੈਵਲ ਤੇ ਇੱਕ ਉਧੜ ਤੁਮੀਆਂ ਹੁੰਦੇ ਸਨ। ਉਧੜ ਤੁਮੀਆਂ ਜਿਹੜੇ ਨੇ ਉਹਨਾਂ ਨੂੰ ਗੈਂਗਸਟਰ ਕਹਿੰਦੇ ਨੇ। ਹੁਣ ਥੋੜਾ ਜਿਹਾ ਉਹਦਾ ਐਡਵਾਂਸ ਹੋ ਗਿਆ, ਜਦੋਂ ਸ਼ਹਿਰ 'ਚ ਆ ਗਿਆ ਨਾ, ਤੇ ਸ਼ਹਿਰ 'ਚ ਆ ਕੇ ਪਿੰਡ ਵਿੱਚ ਜਿਹੜਾ ਹੈ ਉਹ ਉਧੜ ਤੁਮੀਆਂ ਸੀ, ਤੇ ਸ਼ਹਿਰ ਵਿੱਚ ਆ ਕੇ ਉਹ ਗੈਂਗਸਟਰ ਹੋ ਗਿਆ। ਹੁਣ ਇਹ ਪੇਂਡੂ ਤੇ ਸ਼ਹਿਰੀ ਦਾ ਜਿਹੜਾ ਝਗੜਾ ਸੀ ਉਹ ਤੇ ਗਿਆ। ਜਿਹੜਾ ਮੈਂ ਤੁਹਾਡਾ ਧਿਆਨ ਇਸ ਪਾਸੇ ਦਵਾਉਣਾ ਚਾਹੁੰਦਾ ਸਾਰਾ ਤਿੰਨਾਂ ਜਣਾਂ ਦਾ, ਕਿ ਇਹ ਜਿਹੜਾ ਝਗੜਾ ਕਰਨ ਵਾਲਾ ਬੰਦਾ ਹੈ, ਉਹਨੂੰ ਕਾਲੀ ਦੇਵੀ ਦੇ ਮੰਦਿਰ ਵਿੱਚ ਪੱਕੇ ਤੌਰ ਤੇ ਰਹਿਣ ਦੀ ਜਗ੍ਹਾ ਮਿਲੀ ਹੋਈ ਹੈ, ਤੇ ਕਾਲੀ ਦੇਵੀ ਦਾ ਮੰਦਿਰ DC ਦੇ ਅੰਦਰ ਹੈ। ਤੁਸੀਂ ਇਹ ਦੱਸੋ ਕਿ ਉਹਨੂੰ ਪ੍ਰੋਟੈਕਟਿਵ ਜਗ੍ਹਾ ਮਿਲੀ ਹੋਈ ਹੈ, ਉੱਥੋਂ ਜੋ ਮਰਜ਼ੀ ਕਰ ਸਕਦਾ, ਉੱਥੇ ਜਦੋਂ ਮਰਜ਼ੀ ਕਰਦਾ, ਔਰ ਉਹ ਲਗਾਤਾਰ ਕਰਦਾ ਆ ਰਿਹਾ ਹੈ। ਪਹਿਲਾਂ ਉਹਨੇ ਹਿੰਦੂ ਖਾਲਿਸਤਾਨ ਦਾ ਨਾਮ ਇੱਕ ਰੱਖਿਆ ਸੀ, ਉਹ ਸ਼ੁਰੂ ਕਰਤਾ ਸੀ ਕਿ ਉਹ ਆਪਣੀ ਨਸਲ ਦਾ ਲਾ ਕੇ। ਉਦੋਂ ਵੀ ਇਹ ਗੱਲ ਚੱਲੀ ਸੀ, ਤੇ ਮੇਰੇ ਨਾਲ ਜਿਨ੍ਹਾਂ ਨੇ ਗੱਲ ਕੀਤੀ, ਮੈਂ ਕਿਹਾ ਇਹ ਕਹੀ ਜਾਂਦਾ, ਇਹਨੂੰ ਕੋਈ ਸੁਣਦਾ ਨਹੀਂ, ਇਹ ਇਕੱਲਾ ਇਮੈਜਿਨਡ ਗੱਲ ਕਰੀ ਜਾਂਦਾ, ਇਹਨੂੰ ਛੱਡ ਦਿਓ, ਇਹਨੂੰ ਕੰਟੈਸਟ ਨਾ ਕਰਿਓ। ਹੁਣ ਮੈਂ ਖਾਨ ਸਾਹਿਬ ਨਾਲ ਸਹਿਮਤ ਹਾਂ ਵੀ ਇਹ ਮਸਲੇ ਜਿਹੜੇ ਨੇ ਕੰਟੈਸਟ ਕਰੇ ਤੋਂ ਵੱਧ ਜਾਂਦੇ ਨੇ। ਉਹ ਤੇ ਕੁੱਟ ਖਾ ਕੇ ਆਪਣੇ ਆਪ ਨੂੰ ਮਤਲਬ ਸਿਆਸਤ ਵਿੱਚ ਆਪਣੀ ਸਪੇਸ ਬਣਾਉਣਾ ਚਾਹੁੰਦਾ। ਹੁਣ ਸਵਾਲ ਇਹ ਕਿ ਸਪੇਸ ਪੈਦਾ ਕਿਹਨੇ ਕੀਤੀ? ਪੈਦਾ ਕੱਲੀ ਧਰਮ ਦੇ ਪੈਰੋਂ ਨਹੀਂ ਹੋਈ, ਪੈਦਾ ਦੇ ਵੋਟ ਬੈਂਕ ਨੂੰ ਵਰਤਣ ਵਾਲਿਆਂ ਨੇ ਕੀਤੀ ਹੋਈ ਹੈ ਇਹ, ਕਿ ਉੱਥੇ ਮਤਲਬ ਇਸ ਬੰਦੇ ਨੂੰ ਮਤਲਬ ਜਿਹੜਾ ਆਪਣੇ ਲੈਂਦਾ। ਚਲੋ ਹੁਣ ਇਹ ਸਾਨੂੰ ਇਹਨਾਂ ਦਾ ਮੁੱਦਾ ਕੀ ਹੈ?
ਮੁੱਦਾ ਬਿਲਕੁਲ ਇਹਨਾਂ ਦਾ ਨਾ ਖਾਲਿਸਤਾਨ ਹੈ, ਨਾ ਐਂਟੀ ਖਾਲਿਸਤਾਨ ਹੈ, ਨਾ ਸਿਆਸਤ ਹੈ, ਨਾ ਇਹਨਾਂ ਦਾ ਮੁੱਦਾ ਤੇ ਧੰਦਾ ਹੈ। ਮੈਂ ਤੁਹਾਨੂੰ ਕਹਿਣਾ ਸਾਰਿਆਂ ਦੇ ਮਤਲਬ ਅੱਜ ਮੈਂ ਕਹਿਣਾ ਚਾਹੁੰਦਾ ਪਟਿਆਲੇ ਦੀ ਐਡਮਿਨਿਸਟ੍ਰੇਸ਼ਨ ਨੂੰ ਵੀ ਉਸ ਬੰਦੇ ਦਾ, ਇੱਕ ਬੰਦੇ ਦਾ, ਜਿਹਦੇ ਕੋਲ 11 ਬੰਦੇ ਵੀ ਨਹੀਂ ਹੈਗੇ, ਮੈਨੂੰ ਪਤਾ ਹੈ ਇਸ ਗੱਲ ਦਾ, ਤੁਸੀਂ ਮਤਲਬ ਲੰਬੀ ਜੜੀ ਤੇ ਗੱਲ ਕਰ ਲਈ ਕੀ ਗੱਲ, ਉਸ ਬੰਦੇ ਦਾ ਇਹ ਤੇ ਦੇਖ ਲਓ ਵੀ ਉਹ ਕਾਹਦੇ ਸਿਰ ਤੇ ਮਤਲਬ ਸਰਦਾਰੀ ਕਰ ਰਿਹਾ ਹੈ, ਉਹਦਾ ਧੰਦਾ ਕੀ ਹੈ, ਇੰਨੀ ਗੱਲ ਦਾ ਪਤਾ ਕਰ ਲਓ। ਹੁਣ ਇੱਕ ਪ੍ਰੋਵੋਕੇਟਿਵ ਸਿਚੁਏਸ਼ਨ ਪਟਿਆਲੇ ਵਰਗੇ ਸ਼ਹਿਰ 'ਚ ਉਹਨੇ ਖੜੀ ਕਰਤੀ, ਉਹਦਾ ਜਵਾਬ ਤੇ ਆਉਣਾ ਸੀ ਭਾਈਚਾਰੇ ਵੱਲੋਂ। ਉਹ ਜਿਹਨੇ ਭਾਈਚਾਰੇ ਨੇ ਜਵਾਬ ਦਿੱਤਾ ਉਹ ਨਾ ਅਕਾਲੀ ਨੇ ਨਾ ਖਾਲਿਸਤਾਨੀ ਨੇ, ਉਹ ਤੇ ਸਧਾਰਨ ਤੁਸੀਂ ਪ੍ਰੋਫੈਸਰ ਸਾਹਿਬ ਜਿਹੜੇ ਦੋਸ਼ ਲਾ ਰਹੇ ਹੋ ਇਹਦੇ ਨਾਲ, ਕਿਉਂਕਿ ਮੈਨੂੰ ਕੋਈ ਪਤਾ ਨਹੀਂ ਉੱਥੋਂ ਦੀਆਂ ਭੂਗੋਲਿਕ ਮੈਂ ਜ਼ਿੰਮੇਵਾਰੀ ਲਾ ਰਿਹਾ ਨਾ, ਮੈਂ ਜ਼ਿੰਮੇਵਾਰੀ ਲਾ ਰਿਹਾ, ਮੇਰੀ ਜ਼ਿੰਮੇਵਾਰੀ ਮੇਰੀ ਹੈ। ਮੈਂ ਜਿਹੜੀ ਬੇਨਤੀ ਕਰਨ ਲੱਗਿਆ, ਮੈਂ ਤੁਹਾਨੂੰ ਕੰਡੈਮ ਨਹੀਂ ਕਰ ਰਿਹਾ, ਤੁਸੀਂ ਬਿਲਕੁਲ ਜ਼ਿੰਮੇਵਾਰੀ ਨਾ ਕਿਹਾ ਹੈ, ਪਰ ਮੈਂ ਇਹ ਵੀ ਸੋਚਦਾ ਹੈ ਕਿ ਜਦੋਂ ਇੱਕ ਵਿਅਕਤੀ ਕਰ ਰਿਹਾ, ਉਸ ਭਾਈਚਾਰੇ ਦੇ ਬਾਕੀ ਲੋਕ ਉਹਦੇ ਸੰਬੰਧੀ ਆਪਣੀ ਕੋਈ ਸਪਸ਼ਟੀਕਰਨ ਵੀ ਦੇ ਸਕਦੇ ਆ। ਧਾਰਮਿਕ ਸਥਾਨਾਂ ਦੇ ਉੱਤੇ ਬਹੁਤ ਸਾਰੇ ਜ਼ਿੰਮੇਵਾਰ ਵੀ ਲੋਕ ਹੁੰਦੇ ਆ, ਕਮੇਟੀਆਂ ਵੱਡੀਆਂ ਹੁੰਦੀਆਂ। ਇਸੇ ਤਰੀਕੇ ਨਾਲ ਜਦੋਂ ਅਗਲੇ ਬੰਨੇ ਉਹ ਰਿਐਕਸ਼ਨ ਆ ਰਿਹਾ ਤਾਂ ਜਿਹੜੀ ਦੂਜਾ ਭਾਈਚਾਰਾ ਵਾ, ਜਿਹੜਾ ਸਿੱਖ ਨੁਮਾਇੰਦਗੀ ਆਪਣੇ ਆਪ ਨੂੰ ਦੱਸਦੇ ਆ, ਉਹਨਾਂ ਲਈ ਵੀ ਤਾਂ ਇੱਕ ਜ਼ਿੰਮੇਵਾਰੀ ਦਾ ਤਰੀਕਾ ਬਣਨਾ ਚਾਹੀਦਾ ਨਾ। ਅਸੀਂ ਜਿਹੜਾ ਜਿਸ ਤਰ੍ਹਾਂ ਦਾ ਮਾਹੌਲ ਸਿਰਜਣ ਦੀ ਕੋਸ਼ਿਸ਼ ਕਰ ਰਹੇ ਹਾਂ, ਉਹਦੇ ਨਾਲ ਦੇਖੋ, ਨੋ ਡਾਊਟ ਜਦੋਂ ਵੀ ਕੋਈ ਬੰਦਾ ਆਪਣੇ ਫਿਰਕੇ ਦੇ ਲੋਕਾਂ ਨੂੰ ਇਸ ਤਰ੍ਹਾਂ ਦੀ ਸਥਿਤੀ 'ਚ ਦੇਖਦਾ ਹੈ, ਉਹ ਖੌਲ ਜਾਂਦਾ ਹੈ, ਉਹਦੇ ਅੰਦਰ ਉਹ ਭਾਵਨਾ ਵੱਡੀ ਹੋ ਜਾਂਦੀ ਹੈ। ਭਾਵੇਂ ਮੈਂ ਹੋਵਾਂ, ਤੁਸੀਂ ਹੋਵੇ, ਕੋਈ ਹਿੰਦੂ ਹੋਵੇ, ਮੁਸਲਮਾਨ ਹੋਵੇ, ਕੋਈ ਵੀ ਹੋਵੇ, ਉਹਨੂੰ ਲੱਗਦਾ ਯਾਰ ਮੇਰੇ ਵਾਲੇ ਠੀਕ ਆ। ਉਹ ਮੇਰੇ ਵਾਲੇ ਠੀਕ ਦੇ ਚੱਕਰ ਦੇ ਵਿੱਚ ਸਿਸਟਮ ਸਾਰਾ ਹੀ ਜਿਹੜਾ ਆਪਾਂ ਵਿਗਾੜ ਦਿੰਦੇ ਆ। ਹੋ ਸਕਦਾ ਕਿ 5-7 ਦਿਨ ਬਾਅਦ ਜਦੋਂ ਪਰਚੇ ਹੋਣ, ਭੁਗਤਣਾ ਪਵੇ, ਝਮੇਲੇ ਪੈਣ, ਕੋਈ ਵੀ ਕਿਸੇ ਵੀ ਤਰ੍ਹਾਂ ਦਾ ਧਰਮ ਹੋਵੇ ਉਹਦੇ ਨਾਲ ਜੁੜਿਆ, ਉਹਦਾ ਪੈਰੋਕਾਰ ਹੋਵੇ, ਜਦੋਂ ਉਹ ਪੰਗਿਆਂ 'ਚ ਪੈਂਦਾ, ਬਾਅਦ ਦੇ ਵਿੱਚ ਉਹਨੂੰ ਪਤਾ ਲੱਗਦਾ ਯਾਰ ਗੱਲ ਤੇ ਕੱਖ ਨਹੀਂ ਸੀ। ਉਸ ਵੇਲੇ ਪਰ ਇੰਜ ਲੱਗ ਰਿਹਾ ਹੁੰਦਾ ਵੀ ਇਹ ਤਾਂ ਬਹੁਤ ਹੀ ਵੱਡਾ ਯੁੱਧ ਆ, ਇਹ ਯੁੱਧ ਧਰਮ ਦਾ, ਇਹ ਸਾਨੂੰ ਲੜਨਾ ਪੈਣਾ। ਮੈਂ ਇਹ ਤਾਂ ਗੱਲ ਪੁੱਛਦਾ ਵੀ ਦੋਨੇ ਤੇਰੀ ਗਲਤੀਆਂ ਹੋਈਆਂ। ਮੈਂ ਤੁਹਾਡੇ ਨਾਲ ਬਿਲਕੁਲ ਸਹਿਮਤ ਹਾਂ। ਜਦੋਂ ਐਨਾਲਿਸਿਸ ਕਰਾਂਗੇ ਤੇ ਇਹ ਇਸ ਤਰ੍ਹਾਂ ਹੋ ਜਾਏਗਾ। ਹਮੀਰ ਸਿੰਘ ਨੇ ਐਨਾਲਿਸਿਸ ਕੀਤਾ, ਖਾਨ ਸਾਹਿਬ ਨੇ ਐਨਾਲਿਸਿਸ ਕੀਤਾ, ਤੁਸੀਂ ਐਨਾਲਿਸਿਸ ਕੀਤਾ, ਮੈਨੂੰ ਕੋਈ ਇਤਰਾਜ਼ ਨਹੀਂ। ਮੈਂ ਤੇ ਸਮਝਦਾ ਇਹ ਹਾਂ ਕਿ ਜਿਹੜੀ ਜੜ ਹੈ, ਜੇ ਉਹਨੂੰ ਨਹੀਂ ਫੜੋਗੇ ਤੇ ਜਦੋਂ ਐਕਸ਼ਨ ਹੋਏਗਾ ਉਹਦਾ ਰਿਐਕਸ਼ਨ ਤੇ ਹੋਏਗਾ, ਭਾਵੇਂ ਬਾਡੀ 'ਚ ਹੋਵੇ। ਜੇ ਮੈਂ ਮੁੱਕੀ ਮਾਰਾਂਗਾ ਕਿਸੇ ਦੇ ਹੱਥ ਤੇ, ਮੇਰਾ ਵੀ ਦੁਖੇਗਾ ਨਾ। ਬਿਲਕੁਲ, ਐਕਸ਼ਨ ਦਾ ਰਿਐਕਸ਼ਨ ਹੋਣਾ ਹੀ ਹੈ। ਉਹ ਐਕਸ਼ਨ ਦਾ ਰਿਐਕਸ਼ਨ ਹੋਇਆ। ਮੈਂ ਆਪਣੇ ਭਾਈਚਾਰੇ ਨੂੰ, ਸਿੱਖ ਭਾਈਚਾਰੇ ਨੂੰ ਕੋਈ ਮਤਲਬ ਬਰੀ ਨਹੀਂ ਕਰ ਪਾ ਰਿਹਾ, ਪਰ ਉਹ ਲਗਾਤਾਰ ਕਈ ਦਿਨ ਤੋਂ ਇਹ ਜਿਹੜੀ ਸੁਲਝ ਰਹੀ ਸੀ ਗੱਲ, ਇਹਦੇ ਬਾਰੇ ਮਤਲਬ ਐਡਮਿਨਿਸਟ੍ਰੇਸ਼ਨ ਨੂੰ ਸ਼ਿਕਾਇਤਾਂ ਹੋ ਰਹੀਆਂ ਸਨ। ਇਹ ਵੇਲੇ ਸਿਰ ਕਿਉਂ ਨਹੀਂ ਦਬਾਈ ਗਈ, ਵੇਲੇ ਸਿਰ ਕਿਉਂ ਨਹੀਂ ਫੜੀ ਗਈ, ਇਹ ਤੇ ਐਡਮਿਨਿਸਟ੍ਰੇਸ਼ਨ ਜਾਣੇ। ਮੈਨੂੰ ਉਹਨਾਂ ਨਾਲ ਵੀ ਹਮਦਰਦੀ ਹੈ, ਕਈ ਵਾਰ ਹੱਥ 'ਚ ਨਹੀਂ ਆਉਂਦੀ, ਪਰ ਹੁਣ ਜਦੋਂ ਸਾਹਮਣੇ ਆ ਗਈ ਹੈ, ਇਹਦੀ ਧੁਰ ਤੱਕ ਜਾਣ ਦੀ ਲੋੜ ਹੈ ਕਿ ਧੰਦੇਬਾਜ਼ੀ ਦੀ ਸਿਆਸਤ ਹੈ। ਧੰਦੇਬਾਜ਼ੀ ਦੀ ਸਿਆਸਤ ਮੈਂ ਲਫ਼ਜ਼ ਵਰਤ ਰਿਹਾ। ਜਿਹੜੇ ਬੰਦੇ ਰਿਐਕਟ ਕਰ ਰਹੇ ਦੋਨਾਂ ਸਾਈਡ ਤੋਂ, ਉਹ ਆਪਣੇ ਆਪਣੇ ਹਿਸਾਬ ਨਾਲ ਧੰਦੇਬਾਜ਼ੀ ਦੀ ਸਿਆਸਤ ਨੂੰ ਹੀ ਸ਼ਹਿ ਦੇ ਰਹੇ ਨੇ। ਜਿਹੜੀ ਦੂਜੀ ਸਿਆਸਤ ਹੈ, ਇਹਨੂੰ ਤਾਂ ਕੰਟੈਸਟ ਕਰਦੇ ਰਵਾਂਗੇ। ਇਹ ਜਿਹੜੀ ਧੰਦੇ ਵਾਲੀ ਸਿਆਸਤ ਹੈ, ਕਿਸੇ ਕੈਟੇਗਰੀ 'ਚ ਨਹੀਂ ਆਉਂਦੀ। ਡਾਕਟਰ ਸਾਹਿਬ, ਤੁਹਾਡੀ ਇਸ ਗੱਲ ਨੂੰ ਤੁਹਾਡੀ ਇਸੇ ਗੱਲ ਨੂੰ ਮੈਂ ਸਰਦਾਰ ਹਮੀਰ ਸਿੰਘ ਹੋਰਾਂ ਤੋਂ ਲੈ ਲੈਣਾ ਹੈ, ਉਹ ਕਿਵੇਂ ਇਹਨੂੰ ਸਮਝਦੇ ਆ, ਔਰ ਉਸ ਤੋਂ ਬਾਅਦ ਅਸੀਂ ਖਾਨ ਸਾਹਿਬ ਕੋਲ ਵੀ ਇਸੇ ਹੀ ਤੁਹਾਡੇ ਵਾਲੇ ਉਠਾਏ ਮੁੱਦੇ ਤੇ ਲੈ ਜਾਂਦੇ ਹਾਂ। ਸਰਦਾਰ ਸਾਹਿਬ ਕੀ ਕਹਿੰਦੇ ਹੋ, ਸਰਦਾਰ ਹਮੀਰ ਸਿੰਘ? ਨਹੀਂ, ਇਹ ਲੱਗਦਾ ਕਿ ਕਈ ਵਾਰ ਇਹ ਹੁੰਦਾ ਹੈ ਕਿ ਇਹ ਪਹਿਲੀ ਘਟਨਾ ਵੀ ਨਹੀਂ ਹੈ। ਜਿਵੇਂ ਖੰਨੇ 'ਚ ਪੋਸਟਰ ਪਾੜਤੇ, ਕਦੇ ਇਦੋਂ ਪਹਿਲਾਂ ਲੁਧਿਆਣੇ 'ਚ ਇੱਕ ਘਟਨਾ ਵਾਪਰਦੀ ਹੁੰਦੀ ਸੀ। ਲੁਧਿਆਣੇ 'ਚ ਇੱਕ ਮੁਹੱਲਾ ਸੀ ਪ੍ਰੋਪਰ, ਜਿੱਥੇ ਹਰ ਸਾਲ ਕੋਈ ਨਾ ਕੋਈ ਘਟਨਾ ਇਹੋ ਜਿਹੀ ਵਾਪਰ ਜਾਂਦੀ ਸੀ। ਕੁਝ ਗਿਣੇ ਚੁਣੇ ਥਾਂ ਜੇ ਬਣ ਜਾਂਦੇ ਨੇ ਜਿੱਥੋਂ ਨਾ ਕੋਈ ਚੀਜ਼ਾਂ ਉਭਰਨੀਆਂ ਜਾਂ ਉਹ ਚੀਜ਼ਾਂ ਸ਼ੁਰੂ ਹੁੰਦੀਆਂ ਨੇ। ਪਰ ਇਹ ਠੀਕ ਗੱਲ ਹੈ ਕਿ ਜਿਹੜੀਆਂ ਉਹੀ ਜਿਹੀਆਂ ਚੀਜ਼ਾਂ ਨੇ, ਉਹਨੂੰ ਵੱਡਾ ਬਣਨ ਤੋਂ ਪਹਿਲਾਂ ਸਾਰੇ ਬੰਦੇ ਛੋਟੇ ਹੁੰਦੇ ਨੇ, ਗੱਲਾਂ ਉਹ ਕਰਦੇ ਰਹਿੰਦੇ ਨੇ ਇਹੋ ਜਿਹੀਆਂ, ਨਹੀਂ ਕੋਈ ਹੁੰਦਾ। ਹੌਲੀ ਹੌਲੀ ਉਹਦਾ ਇੱਕ ਸਪੇਸ ਬਣ ਜਾਂਦੀ ਹੈ। ਉਹ ਸਾਰੇ ਮਾਮਲੇ ਦੇ ਵਿੱਚ ਬੰਦਾ ਬੜਾ ਦਲੇਰ ਹੈ, ਪੁਲਿਸ ਹੱਥ ਨਹੀਂ ਪਾ ਰਹੀ, ਪ੍ਰਸ਼ਾਸਨ ਝਿਪਦਾ ਇਹਦੇ ਤੋਂ। ਇਹ ਜਿਹੜੀਆਂ ਚੀਜ਼ਾਂ ਜਦੋਂ ਬਣਨ ਲੱਗ ਜਾਂਦੀਆਂ ਨੇ, ਇੱਕ ਔਰਾ ਬਣਨਾ ਸ਼ੁਰੂ ਹੁੰਦਾ ਬੰਦੇ ਦਾ, ਤਾਂ ਉਹ ਮਾਹੌਲ 'ਚ ਮੇਰੇ ਖਿਆਲ ਐਡਮਿਨਿਸਟ੍ਰੇਸ਼ਨ, ਪ੍ਰਸ਼ਾਸਨ, ਪੋਲਿਟਿਕਸ ਮਿਲ ਕੇ ਹੀ ਬਣਾਉਂਦੇ ਨੇ। ਨਹੀਂ ਤਾਂ ਕਿਸੇ ਨੂੰ ਵੀ ਤੁਸੀਂ ਸਨੱਬ ਕਰ ਦਿੰਦੇ ਹੋ। ਅੱਜ ਕੱਲ੍ਹ ਦੀ ਪੋਲਿਟਿਕਸ 'ਚ ਤੁਸੀਂ ਜਿਹੜਾ ਰੀਅਲ ਪੋਲਿਟਿਕਸ 'ਚ ਆਉਂਦਾ ਹੈ, ਉਹਨੂੰ ਸਨੱਬ ਕਰਨ ਲਈ ਤਾਂ ਮਿੰਟ ਲੱਗਦੀ ਹੈ। ਕੋਈ ਵੀ ਗੱਲ ਕਰਨ ਦੇ ਵਾਸਤੇ ਕੋਈ ਨਾ ਕੋਈ ਤਰੀਕਾ ਲੱਭ ਲਿਆ ਜਾਂਦਾ ਹੈ। ਮਤਲਬ ਉਹਨੂੰ ਉਸ ਐਂਗਲ ਤੋਂ ਸੋਚਣ ਦਾ ਜਿਹੜਾ ਇੱਕ ਕੁਐਸਚਨ ਹੈ। ਦੂਜੀ ਗੱਲ ਇਹ ਹੈ ਕਿ ਜਦੋਂ ਸਾਨੂੰ ਪਤਾ ਹੈ ਕਿ ਇਹ ਇੱਕ ਨਫ਼ਰਤੀ ਆਈਡੀਆ ਹੈ, ਕੋਈ ਵੀ ਆਈਡੀਆ, ਜੇ ਇੱਕ ਜਨਰਲ ਕੋਈ ਆਈਡੀਆ ਦਿੰਦਾ, ਆਪਣੇ ਸਾਡਾ ਕਨਸਟੀਟਿਊਸ਼ਨ ਇਹ ਕਹਿੰਦਾ ਕਿ ਆਪਣੇ ਧਰਮ ਦੀ ਪ੍ਰਫੁੱਲਤਾ ਵਾਸਤੇ, ਉਸ ਧਰਮ ਦੀ ਵਡਿਆਈ ਵਾਸਤੇ ਜੋ ਮਰਜ਼ੀ ਬੰਦਾ ਕੰਮ ਕਰ ਸਕਦਾ, ਕੋਈ ਰੋਕ ਨਹੀਂ।
ਪਰ ਦੂਜੇ 'ਚ ਦਖਲ ਦੇਣ ਵਾਸਤੇ ਤਾਂ ਕੋਈ ਨਹੀਂ ਕਹਿੰਦਾ ਨਾ ਕਿ ਤੁਸੀਂ ਜਾ ਕੇ ਦਖਲ ਇਸ ਮਾਮਲੇ ਦੇ ਵਿੱਚ ਸਟਾਰਟ ਕਰ ਦਿਓ ਜਾ ਕੇ ਦੇਣਾ। ਤੇ ਜਿਹੜਾ ਸਿੱਧੀ ਗੱਲ ਲੜਾਈ ਦੀ ਪਹਿਲਾ ਕਦਮ ਲੜਾਈ ਵੱਲ ਜਾਂਦਾ ਕਿਸੇ ਨਾ ਕਿਸੇ ਰੂਪ ਦੇ ਵਿੱਚ, ਉਹਨੂੰ ਦੇਖਣ ਦਾ ਸਵਾਲ ਤਾਂ ਹੈ ਹੀ ਹੈ। ਗੱਲ ਕੇਵਲ ਇਹ ਹੁੰਦੀ ਹੈ ਕਿ ਕਈ ਵਾਰ ਬਹੁਤ ਜੀ ਮੈਨੂੰ ਲੱਗਦਾ ਸਰਦਾਰ ਹਮੀਰ ਸਿੰਘ ਹਣਾ ਨੂੰ ਵੀ ਕੱਟ ਦਾ ਝਮੇਲਾ ਪੈ ਗਿਆ, ਬਿਜਲੀ ਕੱਟ ਦਾ। ਖਾਨ ਸਾਹਿਬ ਜਦੋਂ ਤੱਕ ਸਰਦਾਰ ਸਾਹਿਬ ਵਾਪਸ ਮੁੜਦੇ ਤੁਸੀਂ ਗੱਲ ਸ਼ੁਰੂ ਕਰ ਲਓ। ਹਾਂਜੀ ਰੰਧਾਵਾ ਸਾਹਿਬ, ਮੈਨੂੰ ਇਹ ਲੱਗਦਾ ਜਿਸ ਤਰ੍ਹਾਂ ਤੁਸੀਂ ਥੋੜੀ ਜਿਹੀ ਗੱਲ ਤੋਰੀ ਸੀ ਕਿ ਇਸ ਇਨਸੀਡੈਂਟ ਦੇ ਪੋਲੀਟੀਕਲ ਐਂਗਲ ਨੂੰ ਵੀ ਇਗਨੋਰ ਨਹੀਂ ਕੀਤਾ ਜਾ ਸਕਦਾ, ਕਿਉਂਕਿ ਜਿੰਨੀਆਂ ਧਰਮ ਤੇ ਆਧਾਰਿਤ ਘਟਨਾਵਾਂ ਹੁੰਦੀਆਂ ਹੈਗੀਆਂ, ਆਪਾਂ ਪਾਸਟ 'ਚ ਵੀ ਦੇਖ ਲਈਏ ਜਾਂ ਦੇਸ਼ ਦੇ ਵੱਖ-ਵੱਖ ਕੋਨਿਆਂ ਦੇ ਵਿੱਚ ਦੇਖ ਲਓ, ਜਿੰਨੀਆਂ ਧਰਮ ਤੇ ਆਧਾਰਿਤ ਇਸ ਤਰ੍ਹਾਂ ਦੀਆਂ ਘਟਨਾਵਾਂ ਹੁੰਦੀਆਂ ਹੈਗੀਆਂ, ਉਹਦੇ ਪਿੱਛੇ ਕੋਈ ਨਾ ਕੋਈ ਸਿਆਸਤ ਜ਼ਰੂਰ ਹੁੰਦੀ ਹੈ। ਜਿਵੇਂ ਤੁਸੀਂ ਖੁਦ ਹੀ ਫਰਮਾਇਆ ਕਿ ਸਾਡੀ ਨਵੀਂ ਸਰਕਾਰ ਬਣੀ ਹੈ ਪੰਜਾਬ ਦੇ ਵਿੱਚ, ਔਰ ਜਿਹੜੀਆਂ ਪਾਰਟੀਆਂ ਇਹਦੇ ਵਿੱਚ ਰਿਜੈਕਟ ਹੋਈਆਂ ਹੈਗੀਆਂ ਉਹ ਬੜੀ ਮਾਯੂਸੀ ਦੇ ਆਲਮ ਦੇ ਵਿੱਚ ਹੈਗੀਆਂ। ਔਰ ਜਿਹੜੀ ਨਵੀਂ ਬਣੀ ਸਰਕਾਰ ਹੈ ਉਹ ਇੱਕ ਏਜੰਡਾ ਲੈ ਕੇ ਚੱਲੀ ਹੋਈ ਹੈ, ਕੁਝ ਕੰਮ ਕਰਨਾ ਚਾਹੁੰਦੀ ਹੈ, ਕਰ ਪਾਉਂਦੀ ਹੈ ਕਿ ਨਹੀਂ ਕਰ ਪਾਉਂਦੀ ਹੈ ਦੂਸਰੀ ਗੱਲ ਹੈ, ਲੇਕਿਨ ਇੱਕ ਰੈਡੀਕਲ ਏਜੰਡਾ ਲੈ ਕੇ ਚੱਲੀ ਹੋਈ ਹੈ। ਦੂਸਰੀਆਂ ਪਾਰਟੀਆਂ ਇਸ ਚੀਜ਼ ਤੋਂ ਬਹੁਤ ਘਬਰਾਈਆਂ ਹੋਈਆਂ ਹੈਗੀਆਂ, ਔਰ ਇਸ ਚੀਜ਼ ਨੂੰ ਰੂਲ ਆਊਟ ਨਹੀਂ ਕੀਤਾ ਜਾ ਸਕਦਾ ਮੇਰੇ ਹਿਸਾਬ ਨਾਲ ਕਿ ਇਹਦੇ ਪਿੱਛੇ ਕੋਈ ਨਾ ਕੋਈ ਪਾਰਟੀ ਪੋਲਿਟਿਕਸ ਹੋਵੇ। ਤੁਸੀਂ ਪਿੱਛੇ ਪੰਜਾਬ ਦੇ ਵਿੱਚ ਚਲੇ ਜਾਓ, ਜਦ ਸਾਡੇ ਮਿਲੀਟੈਂਟ ਮੂਵਮੈਂਟ ਇੱਥੇ ਸ਼ੁਰੂ ਹੋਈ, ਉਹਦਾ ਵੀ ਪਾਰਟੀ ਪੋਲਿਟਿਕਸ ਦੇ ਵਿੱਚੋਂ ਨਿਕਲੀ ਸੀ। ਕਾਂਗਰਸ ਦੀ ਪੋਲਿਟਿਕਸ, ਅਕਾਲੀਆਂ ਦੀ ਪੋਲਿਟਿਕਸ, ਪਾਰਟੀ ਪੋਲਿਟਿਕਸ ਦੇ ਵਿੱਚੋਂ ਨਿਕਲੀਆਂ ਚੀਜ਼ਾਂ ਹੁੰਦੀਆਂ ਹੈਗੀਆਂ। ਤਾਂ ਨਵੀਂ ਸਰਕਾਰ ਬਣੀ ਹੈ, ਉਹ ਕੁਝ ਕੰਮ ਕਰਨਾ ਚਾਹੁੰਦੀ ਹੈ। ਹੋ ਸਕਦਾ ਜਿਹੜੀਆਂ ਕੁਝ ਪੋਲੀਟੀਕਲ ਪਾਰਟੀਆਂ ਹੈਗੀਆਂ ਉਹਨਾਂ ਨੂੰ ਇਹ ਗੱਲ ਹਜ਼ਮ ਨਾ ਹੋ ਰਹੀ ਹੋਵੇ ਤੇ ਇਸ ਤਰ੍ਹਾਂ ਦੀ ਸਿਆਸਤ ਖੇਲਣ ਦੀ ਜਿਹੜੀ ਕੋਸ਼ਿਸ਼ ਕੀਤੀ ਜਾ ਰਹੀ ਹੋਵੇ। ਅਸੀਂ ਦੇਖਿਆ ਪਿਛਲੇ ਕੁਝ ਦਿਨਾਂ ਦੇ ਵਿੱਚ ਵੀ, ਤਕਰੀਬਨ ਪਿਛਲੇ ਮਹੀਨੇ ਬਹੁਤ ਸਾਰੀਆਂ ਘਟਨਾਵਾਂ ਹੋਈਆਂ ਵਾਇਲੈਂਸ ਦੀਆਂ, ਤਕਰੀਬਨ 15-20 ਜਿਹੜੇ ਹੈਗੇ ਮਰਡਰ ਹੋਏ, ਮੌਤਾਂ ਹੋਈਆਂ। ਇਹ ਜਿਹੜਾ ਹੈਗਾ ਜਾਂ ਬਾਕੀ ਸੂਬਿਆਂ ਦੇ ਵਿੱਚ ਜਿਸ ਤਰ੍ਹਾਂ ਦਾ ਮਾਹੌਲ ਚੱਲ ਰਿਹਾ ਹੈ, ਸਰਦਾਰ ਹਮੀਰ ਸਿੰਘ ਉਹਨਾਂ ਨੇ ਗੱਲ ਕੀਤੀ ਕਿ ਜੋ ਮਾਹੌਲ ਦੇਸ਼ ਦੇ ਬਾਕੀ ਸੂਬਿਆਂ ਦੇ ਵਿੱਚ ਚੱਲ ਰਿਹਾ ਹੈ, ਰਿਲੀਜਨ ਨੂੰ ਆਧਾਰ ਬਣਾ ਕੇ, ਉਹ ਵੀ ਸਾਡੇ ਸਾਹਮਣੇ ਹੈ। ਇਹ ਉਸ ਸਾਰੀ ਇੱਕ ਵਾਈਡਰ ਗੇਮ ਪਲਾਨ ਦਾ ਪਾਰਟ ਵੀ ਹੋ ਸਕਦਾ ਹੈ। ਇਹਨੂੰ ਇੱਕ ਆਈਸੋਲੇਟਡ ਇਨਸੀਡੈਂਟ ਲੈ ਕੇ ਅਸੀਂ ਨਾ ਚੱਲੀਏ, ਇਸ ਚੀਜ਼ ਨੂੰ ਵੀ ਧਿਆਨ ਦੇ ਵਿੱਚ ਰੱਖਦੇ ਹੋਏ ਚੱਲਣਾ ਚਾਹੀਦਾ ਹੈ। ਚਾਹੇ ਇਸ ਸਟੇਜ ਤੇ ਇਹ ਗੱਲ ਕਹਿਣੀ ਤਾਂ ਵਾਜਬ ਨਹੀਂ ਹੋਏਗੀ ਕਿ ਇਹਦੇ ਪਿੱਛੇ ਪਾਰਟੀ ਪੋਲਿਟਿਕਸ ਹੀ ਹੈ, ਪਰ ਇਸ ਚੀਜ਼ ਨੂੰ ਵੀ ਰੂਲ ਆਊਟ ਨਹੀਂ ਕੀਤਾ ਜਾ ਸਕਦਾ। ਇਹ ਜਿਹੜਾ ਸਾਨੂੰ ਧਿਆਨ ਦੇ ਵਿੱਚ ਜ਼ਰੂਰ ਰੱਖਣਾ ਚਾਹੀਦਾ ਹੈ। ਬਿਲਕੁਲ ਠੀਕ ਹੈ। ਔਰ ਆਖਰੀ ਟਿੱਪਣੀ ਪ੍ਰੋਫੈਸਰ ਬਲਕਾਰ ਸਿੰਘ, ਜਿਵੇਂ ਖਾਨ ਸਾਹਿਬ ਨੇ ਕਿਹਾ, ਗੱਲ ਤਾਂ ਇਹ ਨਹੀਂ ਕਿ ਤੁਸੀਂ ਸਿੱਧਾ ਕਹਿ ਸਕੋ ਵੀ ਹਾਂ ਇਹ ਸੂਬੇ ਦੀ ਸਿਆਸਤ ਨਾਲ ਵੀ ਜੁੜਦੀਆਂ ਚੀਜ਼ਾਂ ਨੇ, ਪਰ ਕਿਤੇ ਨਾ ਕਿਤੇ ਇਹਨਾਂ ਚੀਜ਼ਾਂ ਨੂੰ ਤੁਹਾਨੂੰ ਅੱਖੋਂ ਓਲੇ ਕਰਕੇ ਸਿਰਿਓਂ ਨਕਾਰਨਾ ਵੀ ਮੈਨੂੰ ਲੱਗਦਾ ਇਹ ਤੁਹਾਡੇ ਵਰਗੇ ਮੇਰੇ ਵਰਗੇ ਲੋਕਾਂ ਲਈ ਔਖਾ ਹੋਊਗਾ। ਜਦੋਂ ਆਉਂਦੇ ਦਿਨਾਂ 'ਚ ਇਹਦੇ ਤੇ ਸਿਆਸਤ ਹੋਊਗੀ ਤਾਂ ਸਮਝਣ ਦੀ ਕੋਸ਼ਿਸ਼ ਕੀਤੀ ਜਾਊਗੀ ਕਿ ਆਖਰ, ਕਿਉਂਕਿ ਆਉਂਦਿਆਂ ਹੀ ਇਸ ਸਰਕਾਰ ਨੂੰ ਇਸ ਤਰ੍ਹਾਂ ਦੀ ਮੁਸ਼ਕਲ ਦਾ, ਕਿਉਂ ਇਹ 15 ਦੇ ਵਿੱਚ ਅਕਾਲੀਆਂ ਨਾਲ ਉਹ ਤਾਂ ਚਲੋ ਬਹੁਤ ਜ਼ਿਆਦਾ ਅੱਗੇ ਲੰਘਿਆ ਸੀ ਮਾਮਲਾ, ਇਸੇ ਤਰੀਕੇ ਨਾਲ ਪਿਛਲੀ ਸਰਕਾਰ ਨੂੰ ਵੀ ਕੁਝ ਮੁਸ਼ਕਲਾਤਾਂ ਆਈਆਂ, ਇਹਨੂੰ ਆਉਂਦਿਆਂ ਹੀ ਬਿਜਲੀ ਨਾਲ ਸੰਬੰਧਿਤ ਤੇ ਬਾਕੀ ਸਮੱਸਿਆਵਾਂ ਸਾਹਮਣੇ ਨੇ ਤੇ ਇਹ ਵੀ ਨਾਲ ਪੈ ਗਈ। ਔਰ ਇਹਨੂੰ ਜਿੱਦਾਂ ਗਲੈਮਰਾਈਜ਼ ਵੀ ਕੀਤਾ ਜਾ ਰਿਹਾ। ਮੈਨੂੰ ਲੱਗਦਾ ਕਿ ਜਦੋਂ ਕੋਈ ਇਸ ਤਰ੍ਹਾਂ ਦੀ ਸਥਿਤੀ ਹੁੰਦੀ ਆ, ਅਮੂਮਨ ਇੰਟਰਨੈਟ ਬੰਦ ਕਰਕੇ ਜਾਂ ਚੀਜ਼ਾਂ ਨੂੰ ਫੈਲਣ ਤੋਂ ਰੋਕਿਆ ਜਾਂਦਾ, ਪਰ ਜਿਸ ਤਰੀਕੇ ਨਾਲ ਕਿਰਪਾਨਾਂ ਜਾਂ ਉਧਰਲੇ ਬੰਨਿਓ ਰੋੜੇ ਵੱਟੇ, ਦੇਖੋ ਹਰ ਬੰਦਾ ਹੀ ਥੋੜਾ ਜਿਹਾ ਪਸ਼ੂ ਪੇਸ਼ ਵਿੱਚ ਤੇ ਹੁੰਦਾ ਹੀ ਆ, ਤਕਲੀਫ ਤਾਂ ਹੋ ਜਾਂਦੀ ਹੈ। ਜੀ ਮੈਂ ਰੰਧਾਵਾ ਸਾਹਿਬ ਇਹਨੂੰ ਬਹੁਤ ਹੀ ਨਿੱਕੀ ਘਟਨਾ ਮੰਨਦਾ, ਪਰ ਇਹਨੂੰ ਨਾ ਸੰਭਾਲਣ ਨਾਲ ਇਹ ਮਤਲਬ ਵੱਡੀ ਘਟਨਾ ਬਣ ਸਕਦੀ ਹੁੰਦੀ ਹੈ, ਕਿਉਂਕਿ ਹੋਰ ਲੋਕ ਬਣਾ ਦੇਣਗੇ ਇਹਨੂੰ। ਫਰਜ਼ ਕਰੋ, ਮੇਰੀ ਕੰਸਰਨ ਇਹ ਹੈ ਕਿ ਮੈਂ ਸਾਰੇ ਆਪਣੇ ਭਾਈਚਾਰੇ ਨੂੰ, ਪੰਜਾਬੀਆਂ ਨੂੰ, ਸਾਰਿਆਂ ਨੂੰ ਬੇਨਤੀ ਕਰਾਂਗਾ ਕਿ ਇਹਦੇ ਤੇ ਮਤਲਬ ਕੰਟੈਸਟ ਤੇ ਇਹਨੂੰ ਬਹੁਤਾ ਕੰਟੈਸਟ ਕਰਨ ਦੀ ਲੋੜ ਨਹੀਂ ਹੈ। ਇਹ ਇੱਕ ਨਿੱਕਾ ਜਿਹਾ ਲਾ ਕਾਨੂੰਨੀ ਦਾ ਮਾਮਲਾ ਹੈ ਤੇ ਇਹ ਇੱਥੇ ਨਿਪਟ ਲੈਣਾ ਚਾਹੀਦਾ, ਐਡਮਿਨਿਸਟ੍ਰੇਸ਼ਨ ਦੇ ਲੈਵਲ ਤੇ ਨਿਪਟ ਜਾਣਾ ਚਾਹੀਦਾ। ਜੇ ਇਸ ਤੋਂ ਅੱਗੇ ਤੁਰਿਆ
ਤੇ ਸਿਆਸਤ ਵਾਲੇ ਆਪਣੇ ਆਪਣੇ ਢੰਗ ਨਾਲ ਜਦੋਂ ਇਹ ਖੰਭਾਂ ਦੇ ਡਾਰਾਂ ਬਣਾਉਣਗੇ ਤੇ ਉਹ ਭਗਵੰਤ ਮਾਨ ਵਾਸਤੇ ਸਰਕਾਰ ਵਾਸਤੇ ਵੀ ਪੰਗਾ ਹੋ ਜਾਏਗਾ। ਮੈਂ ਨਹੀਂ ਚਾਹੁੰਦਾ ਘੱਟੋ ਘੱਟ ਕਿ ਮੈਂ ਖਾਨ ਸਾਹਿਬ ਨਾਲ ਸਹਿਮਤ ਕੋਈ ਵੀ ਨਹੀਂ ਚਾਹੁੰਦਾ ਕੋਈ ਪੰਜਾਬ ਵਾਸੀ, ਕਿਉਂਕਿ ਜਿੰਨਾ ਆਪਾਂ ਲੋਕਾਂ ਭੁਗਤਿਆ ਇਸ ਵੇਲੇ ਕੌਣ ਵਾਰਾ ਖਾਂਦਾ, ਕਿਹਨੂੰ ਵਾਰਾ ਖਾਂਦਾ। ਹੁਣ ਇਹ ਹੈ ਕਿ ਇੱਕ ਗੱਲ ਬੜੀ ਕਲੀਅਰ ਹੈ, ਇੱਥੇ ਨਾ ਹਿੰਦੂ ਦੀ ਨਾ ਮੁਸਲਮਾਨ ਦੀ ਨਾ ਸਿੱਖ ਦੀ ਕੋਈ ਪ੍ਰੋਬਲਮ ਇਸ ਕਰਕੇ ਨਹੀਂ ਹੈ ਕਿ ਇਹ ਪੰਜਾਬ ਕੱਲਾ ਹੈ ਜਿੱਥੇ ਸਾਰੇ ਆਪਣੇ ਆਪਣੇ ਧਰਮ 'ਚ ਪੱਕੇ ਜ਼ਰੂਰ ਨੇ, ਕੱਟੜ ਬਿਲਕੁਲ ਨਹੀਂ ਹਨ। ਜਿਹੜੀ ਪ੍ਰੋਬਲਮ ਆ ਰਹੀ ਹੈ ਨਾ ਇਸ ਬੰਦੇ ਰਾਹੀਂ, ਜਦੋਂ ਸ਼ਿਵ ਸੈਨਾ ਦੀ ਰਾਹੀਂ ਪ੍ਰੋਬਲਮ ਆਈ ਹੈ, ਸ਼ਿਵ ਸੈਨਾ ਦਾ ਤੇ ਬੀਜੇਪੀ ਦਾ ਜਿਹੜਾ ਹਿੰਦੂਤਵ ਤੇ ਟਕਰਾਅ ਚੱਲ ਰਿਹਾ ਹੈ, ਜਿਹੜਾ ਹਾਈਜੈਕਿੰਗ ਕਰਨ ਦੀ ਕੋਸ਼ਿਸ਼ ਹੋ ਰਹੀ ਹੈ ਉਹਨਾਂ ਦੀ, ਉਹਦੇ ਵਿੱਚ ਇਹਨੇ ਆਪਣੀ ਉਸ ਸਪੇਸ ਵਿੱਚੋਂ ਆਪਣੀ ਸਪੇਸ ਬਣਾਉਣ ਦੀ ਕੋਸ਼ਿਸ਼ ਕੀਤੀ, ਬੰਦੇ ਨੇ ਕਰ ਲਈ ਜੀ, ਪਰ ਇਹ ਸਪੇਸ ਜਿਹੜੀ ਹੈ ਇਹ ਬਣਨੀ ਨਹੀਂ। ਪੰਜਾਬ ਵਿੱਚ ਕੱਟੜਤਾ ਨਹੀਂ ਚੱਲਦੀ। ਜਿਹੜੇ ਕਿਸੇ ਵੀ ਧਰਮ ਦੇ ਚਲਾਉਣਾ ਚਾਹੁੰਦੇ ਨੇ ਉਹਨਾਂ ਨੂੰ ਸਾਰਿਆਂ ਨੂੰ ਪਤਾ ਵੀ ਉਹਨਾਂ ਨਹੀਂ ਚੱਲ ਰਹੀ ਜੀ, ਇੱਥੇ ਚੱਲਣੀ ਨਹੀਂ। ਮੇਰੀ ਮਤਲਬ ਇਹ ਸਿਰਫ ਇੰਨੀ ਹੈ ਕਿ ਮੈਂ ਕਨਕਲੂਡ ਕਰਨਾ, ਮੇਰਾ ਐਕਸਪੀਰੀਅੰਸ ਇਹ ਹੈ ਕਿ ਇਹ ਬੰਦਾ ਜਿਹੜਾ ਸਾਡੇ ਭਾਈਚਾਰੇ ਵਿੱਚ ਇੱਕ ਨਿੱਕਾ ਜਿਹਾ ਜ਼ਖਮ ਹੈ, ਗੋਡਾ ਛਿਲਿਆ ਹੋਇਆ ਸਾਡਾ, ਉਹਦੇ ਤੇ ਪੱਟੀ ਪੁੱਟੀ ਇੱਥੇ ਲੋਕਲ ਹੀ ਕਰ ਲੈਣੀ ਚਾਹੀਦੀ ਹੈ। ਉਹਨੂੰ ਕੋਈ ਵੱਡੇ ਹਸਪਤਾਲ ਲਿਆ ਕੇ ਆਪਰੇਸ਼ਨ ਨਹੀਂ ਕਰਨੇ ਚਾਹੀਦੇ, ਕਿਉਂਕਿ ਮੈਨੂੰ ਉਹਨਾਂ ਬੰਦਿਆਂ ਦਾ ਪਤਾ ਹੈ ਜਿਹੜੇ ਇਸ ਇਸ਼ੂ ਨੂੰ ਲੈ ਕੇ ਉਹ ਖਾਲਿਸਤਾਨੀ ਵਾੜ ਦੇਣਗੇ ਇਹਦੇ ਵਿੱਚ, ਜਿਹੜਾ ਇੱਥੇ ਹੈ ਹੀ ਨਹੀਂ। ਮੈਨੂੰ ਉਹਨਾਂ ਤੋਂ ਜ਼ਿਆਦਾ ਖਤਰਾ। ਜਿਹੜੇ ਮੁੰਡੇ ਅੱਗੋਂ ਰਿਐਕਟ ਕਰਦੇ ਰਹੇ, ਉਹਨਾਂ ਦਾ ਰਿਐਕਟ ਕਰਨ ਦਾ ਮੈਨੂੰ ਬਹੁਤਾ ਨਹੀਂ ਪਤਾ, ਪਰ ਮੈਂ ਸਮਝਦਾ ਹਾਂ ਕਿ ਉਹਨਾਂ ਨੇ ਰਿਐਕਟ ਕੀਤਾ ਹੈ। ਹੁਣ ਇਸ ਗੱਲ ਤੇ ਰਿਐਕਟ ਹੋਰ ਨਹੀਂ ਹੋਣਾ ਚਾਹੀਦਾ। ਇਸ ਮਸਲੇ ਨੂੰ ਇੱਥੇ ਐਡਮਿਨਿਸਟ੍ਰੇਟਿਵ ਲੈਵਲ ਤੇ, ਕਾਨੂੰਨ ਦੇ ਲੈਵਲ ਤੇ, ਸਰਕਾਰ ਦੇ ਲੈਵਲ ਤੇ ਸੁਲਝਾ ਲਿਆ ਜਾਣਾ ਚਾਹੀਦਾ। ਇਹ ਸੁਲਝ ਜਾਏਗਾ। ਪਰ ਇਹਦੇ ਚ ਮੈਂ ਦੇਖੋ, ਮੈਨੂੰ ਨਹੀਂ ਪਤਾ, ਮੈਂ ਜ਼ਿਆਦਾ ਨਹੀਂ ਜਾਣਦਾ ਕਿ ਸ਼ਿਵ ਸੈਨਾ ਦੀ ਪੰਜਾਬ ਦੇ ਵਿੱਚ ਸਟਰੈਂਥ ਕਿੰਨੀ ਆ। ਮੈਨੂੰ ਬਿਲਕੁਲ ਨਹੀਂ ਪਤਾ ਕਿ ਜੇ ਹਿੰਦੂਆਂ ਦੇ ਨਜ਼ਰੀਏ ਤੋਂ ਦੇਖਣਾ ਹੋਵੇ ਤੇ ਪੰਜਾਬ ਦੇ ਵਿੱਚ ਉਹਨਾਂ ਦੀ ਕਿਹੜੀ ਲੀਡਰਸ਼ਿਪ ਪ੍ਰਭਾਵੀ ਆ। ਪਰ ਮੈਨੂੰ ਸਿੱਖਾਂ ਦੇ ਮਾਮਲਿਆਂ ਬਾਰੇ ਥੋੜਾ ਪਿਛਲੇ ਸਮੇਂ 'ਚ ਤੁਹਾਡੇ ਵਰਗੀਆਂ ਵੱਡੀਆਂ ਹਸਤੀਆਂ ਨਾਲ ਡਿਸਕਸ ਕਰਦਿਆਂ ਇਹ ਪਤਾ ਹੈ ਕਿ ਸਾਡੇ ਕੋਲ ਜਾਂ ਤਾਂ ਤਖਤ ਸਾਹਿਬ ਨੇ, ਉਹਨਾਂ ਦੇ ਜਥੇਦਾਰ ਨੇ, ਜਾਂ ਸ਼੍ਰੋਮਣੀ ਕਮੇਟੀ ਹੈ, ਉਹਨਾਂ ਦੇ ਪ੍ਰਧਾਨ ਤੇ ਅਹੁਦੇਦਾਰ ਹੈ, ਜਾਂ ਅਕਾਲੀ ਦਲ ਦੇ ਲੋਕ ਨੇ, ਤੇ ਜਾਂ ਅਕਾਲੀ ਦਲ ਤੋਂ ਵੱਖ ਹੋਏ ਵਿਰੋਧੀ ਉਹ ਨੇ। ਸਿੱਖ ਪੋਲਿਟਿਕਸ ਆਪਾਂ ਇਹਨੂੰ ਹੀ ਕਹਿੰਦੇ ਆ। ਪਰ ਮੈਨੂੰ ਲੱਗਦਾ ਵੀ ਇਹਨਾਂ 4-5 ਧਿਰਾਂ ਚੋਂ ਕਿਸੇ ਨੂੰ ਵੀ ਇਹੋ ਜਿਹੇ ਮੌਕਿਆਂ ਤੇ ਕੋਈ ਮੰਨਣ ਲਈ ਤਿਆਰ ਨਹੀਂ ਹੁੰਦਾ। ਪਰ ਜੇ ਕਿਸੇ ਨੇ ਸਿੱਖ ਲੀਡਰਸ਼ਿਪ ਨੇ ਇਹਨੂੰ ਐਡਰੈਸ ਕਰਕੇ ਸਮਝਾਉਣਾ ਹੋਵੇ ਆਪਣੇ ਬੱਚਿਆਂ ਨੂੰ, ਆਪਣੇ ਗਰਮ ਖਿਆਲੀਆਂ ਨੂੰ, ਤਾਂ ਕੌਣ ਸਮਝਾਏਗਾ ਕਿ ਭਾਈ ਆਪਾਂ ਕਿਸੇ ਵੱਲੋਂ ਛੇੜੀ ਕਿਸੇ ਅੱਗ ਦੇ ਵਿੱਚ ਆਪ ਪੈਰ ਨਹੀਂ ਪਾਉਣਾ। ਕੀ ਕਹਿੰਦੇ? ਮੈਂ ਸਿਰਫ ਇੰਨਾ ਹੀ ਕਹਿਣਾ ਤੁਹਾਡਾ, ਮੈਂ ਜੇ ਕਹਿਣਾ ਵੀ ਪੰਜਾਬ ਦਾ ਜਿਹੜਾ ਸਿਆਸਤ ਹੈਗਾ ਨਾ, ਸ਼ਿਵ ਸੈਨਾ ਦਾ ਪ੍ਰਸੰਗ, ਇਹਨੂੰ ਮੈਂ ਖਾਲੀ ਸਪੇਸ ਕਹਿਣਾ। ਉਹਦੇ ਚ ਜਿਹੜਾ ਮਰਜ਼ੀ ਖਲੋ ਸਕਦਾ, ਕਿਉਂਕਿ ਬਹੁਤ ਉਹਦੀ ਕੋਈ ਸਪੇਸ ਹੈ ਨਹੀਂ ਉਹਦੀ ਬਣੀ ਹੋਈ। ਪਰ ਜਦੋਂ ਜਿਨ੍ਹਾਂ ਨੇ ਇਹਨੂੰ, ਜਿਨ੍ਹਾਂ ਦੇ ਤੁਸੀਂ ਨਾਂ ਲਏ ਸਾਰੇ, ਅਕਾਲੀ ਦੇ, ਸ਼੍ਰੋਮਣੀ ਕਮੇਟੀ, ਤਖਤ, ਉਹਨਾਂ ਨੂੰ ਇੰਨੇ ਛੋਟੇ ਮਸਲੇ ਨੂੰ ਮਤਲਬ ਹੱਥ ਵਿੱਚ ਲੈ ਕੇ ਵੱਡਾ ਨਹੀਂ ਬਣਾਉਣਾ ਚਾਹੀਦਾ। ਇਹ ਜਿੱਡਾ ਕੁ ਮਸਲਾ ਹੈ ਇੰਨਾ ਛੋਟਾ ਹੈ ਕਿ ਜਦੋਂ ਇਹਨੂੰ ਹੈਂਡਲ ਕਰੇਗੀ ਐਡਮਿਨਿਸਟ੍ਰੇਸ਼ਨ, ਉਹਨਾਂ ਨੂੰ ਪਤਾ ਲੱਗ ਜਾਏਗਾ ਕਿ ਇਹਦੇ ਪੱਲੇ ਕੁਝ ਵੀ ਨਹੀਂ ਹੈ। ਪਰ ਜੇ ਉਹਨੂੰ ਐਡਮਿਨਿਸਟ੍ਰੇਸ਼ਨ ਨੇ ਹੈਂਡਲ ਨਾ ਕੀਤਾ, ਸਿਆਸਤ ਨੇ ਹੈਂਡਲ ਕੀਤਾ, ਤੇ ਫਿਰ ਇਹ ਵੱਡਾ ਮਸਲਾ ਬਣ ਜਾਏਗਾ, ਕਿਉਂਕਿ ਫਿਰ ਮਤਲਬ ਸ਼ਿਵ ਸੈਨਾ ਦਾ ਮਸਲਾ ਬਣ ਜਾਏ। ਸ਼ਿਵ ਸੈਨਾ ਦਾ ਮਸਲਾ ਨਹੀਂ ਹੈ, ਬਿਲਕੁਲ ਨਾ ਤੇ ਇੱਕ ਬੰਦੇ ਦਾ ਮਸਲਾ ਹੈ। ਹਾਂ, ਬਿਲਕੁਲ ਠੀਕ ਹੈ, ਬਿਲਕੁਲ ਠੀਕ ਹੈ। ਲੇਕਿਨ ਫਿਰ ਵੀ ਤੁਹਾਡਾ ਮਤਲਬ ਹਜੂਮ ਨੂੰ ਅਮਨ ਕਾਨੂੰਨ ਦੇ ਤਰੀਕੇ ਨਾਲ ਹੀ ਨਜਿੱਠਣਾ ਕਾਫੀ ਹੁੰਦਾ। ਪਰ ਮੈਨੂੰ ਲੱਗਦਾ ਕਿਤੇ ਕਿਤੇ ਕੋਈ ਇਸ ਤਰ੍ਹਾਂ ਦੀ ਕਾਲ ਵੀ ਹੁੰਦੀ ਹੈ ਕਿ ਛੱਡੋ ਆਪਾਂ ਇਹਨਾਂ ਝਮੇਲਿਆਂ 'ਚ ਨਹੀਂ ਪੈਣਾ, ਤੇ ਉਹ ਇਸ ਤਰ੍ਹਾਂ ਦੀ ਕਾਲ ਦੇਣ ਲਈ ਸਾਡੇ ਕੋਲ ਬੁਲੰਦ ਹਸਤੀ ਕੋਈ ਬਚੀ ਦਿਸਦੀ ਨਹੀਂ ਮੈਨੂੰ। ਖਾਨ ਸਾਹਿਬ, ਆਖਰੀ ਟਿੱਪਣੀ। ਬਿਲਕੁਲ, ਮੈਂ ਡਾਕਟਰ ਬਲਕਾਰ ਸਿੰਘ ਹੁਣਾਂ ਨਾਲ ਸਹਿਮਤ ਹਾਂ ਕਿ ਇਸ ਨੂੰ ਪੋਲੀਟੀਕਲ ਇਸ਼ੂ ਨਹੀਂ ਬਣਨ ਦੇਣਾ ਚਾਹੀਦਾ, ਬਲਕਿ ਇਹਨੂੰ ਐਡਮਿਨਿਸਟ੍ਰੇਟਿਵ ਲੈਵਲ ਤੇ, ਲੋਕਲ ਲੈਵਲ ਤੇ ਇਹਨੂੰ ਸੋਲਵ ਕਰ ਲੈਣਾ ਚਾਹੀਦਾ। ਇਹ ਕੋਈ ਬਹੁਤ ਵੱਡੀ ਘਟਨਾ ਨਹੀਂ। ਜੇ ਆਪਾਂ ਪੰਜਾਬ ਦੇ ਵਿੱਚ ਬਾਕੀ ਘਟਨਾਵਾਂ ਦੇ ਮੁਕਾਬਲੇ 'ਚ ਦੇਖੀਏ, ਐਸੀਆਂ ਆਈਸੋਲੇਟਿਡ ਘਟਨਾਵਾਂ ਹੋ ਜਾਂਦੀਆਂ ਹੁੰਦੀਆਂ, ਕਈ ਵਾਰ ਨਾ ਚਾਹੁੰਦੇ ਹੋਏ ਵੀ ਹੋ ਜਾਂਦੀਆਂ, ਪਰ ਇਹਨੂੰ ਕੋਈ ਬਹੁਤ ਵੱਡੇ ਮਸਲੇ ਦੇ ਤੌਰ ਤੇ ਪੇਸ਼ ਨਹੀਂ ਕਰਨਾ ਚਾਹੀਦਾ, ਜਾਂ ਇਹਨੂੰ ਪੋਲਿਟਿਕਸ ਨਹੀਂ ਪਲੇ ਕਰਨੀ ਚਾਹੀਦੀ। ਪੋਲੀਟੀਕਲ ਪਾਰਟੀਆਂ ਨੇ ਉਹਨਾਂ ਨੂੰ ਲੈ ਕੇ ਇਹਨੂੰ ਲੋਕਲ ਲੈਵਲ ਤੇ ਹੱਲ ਹੋਣ ਦੇਣਾ ਚਾਹੀਦਾ। ਐਡਮਿਨਿਸਟ੍ਰੇਟਿਵ ਲੈਵਲ ਤੇ ਪੋਲੀਟੀਕਲ ਲੈਵਲ ਤੇ, ਲੋਕਲ ਲੈਵਲ ਤੇ ਇਹ ਰਹਿਣਾ ਚਾਹੀਦਾ, ਉੱਪਰ ਨਹੀਂ ਇਹ ਕਿਸੇ ਵੀ ਤਰ੍ਹਾਂ ਜਿਹੜਾ ਹੈ। ਬਹੁਤ ਮਿਹਰਬਾਨੀ, ਬਹੁਤ ਧੰਨਵਾਦ। ਥੈਂਕ ਯੂ।